ਅੱਗੇ ਆਪਾਂ ਚਲੋ ਡਿਟੇਲ 'ਚ ਗੱਲਬਾਤ ਕਰਦੇ ਹਾਂ। 100 ਕਰੋੜ ਵੈਕਸੀਨ ਦਾ ਦਾਅਵਾ ਕੀਤਾ ਆ ਮੋਦੀ ਨੇ। 3-4 ਦਿਨ ਹੋਏ ਨੇ ਵੀ 100 ਕਰੋੜ ਲੋਕਾਂ ਨੂੰ ਵੈਕਸੀਨ 100 ਕਰੋੜ ਵੈਕਸੀਨ ਲੱਗ ਗਿਆ। ਉਹਦੇ ਵਿੱਚੋਂ ਬਹੁਤਿਆਂ ਨੂੰ ਸਿੰਗਲ ਡੋਜ਼ ਲੱਗਿਆ ਆ, ਥੋੜੇ ਬਹੁਤਿਆਂ ਨੂੰ ਡਬਲ ਡੋਜ਼ ਵੀ ਲੱਗ ਗਿਆ। 2 ਡੋਜ਼ ਨੂੰ ਇਫੈਕਟਿਵ ਮੰਨਿਆ ਜਾਂਦਾ, ਕਾਰਗਰ। ਤੇ 100 ਕਰੋੜ ਦਾ ਜਿਹੜਾ ਦਾਅਵਾ ਹੈਗਾ ਆ, ਪਹਿਲਾਂ ਮੈਂ ਖਬਰ ਮੇਰੀ ਕੋਸ਼ਿਸ਼ ਹੈ ਵੀ ਇਹਨੂੰ ਕਵਰ ਕੀਤਾ ਜਾਵੇ, ਕਿਉਂਕਿ ਲਖੀਮਪੁਰ ਵਾਲੀ ਘਟਨਾ ਮੈਂ ਬਾਈ ਜੀ ਹਲੇ ਨਾ ਕਾਲ ਕਰੋ ਕਿਰਪਾ ਕਰਕੇ। ਇਸ ਵੇਲੇ ਮੈਂ ਇਹ ਕਾਲ ਨਹੀਂ ਲੈ ਸਕਦਾ, ਪ੍ਰੋਗਰਾਮ ਮੈਨੂੰ ਸ਼ੁਰੂ ਕਰ ਲੈਣ ਦਿਓ ਜੀ, ਉਸ ਤੋਂ ਬਾਅਦ ਅੱਗੇ ਗੱਲਬਾਤ ਕਰਦੇ ਹਾਂ। ਤੇ 100 ਕਰੋੜ ਜਿਹੜਾ ਵੈਕਸੀਨ ਹੈ ਮੋਦੀ ਦਾ, ਇਹ ਇੱਕ ਜੁਮਲਾ ਆ, ਇਹ ਮੈਂ ਸਾਬਤ ਕਰਨਾ ਆ। ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ। 100 ਕਰੋੜ ਵੈਕਸੀਨ ਤੇ ਵੈਕਸੀਨ ਗੁਰੂ ਦਾ ਪ੍ਰਚਾਰ ਗੋਦੀ ਮੀਡੀਆ ਕਰ ਰਿਹਾ ਹੈ, ਨਿਰਾ ਝੂਠ ਹੈ ਬਾਈ ਜੀ। ਕੋਈ ਵੀ ਫਿਗਰ, ਕੋਈ ਵੀ ਜਿਹੜਾ ਕਿ ਫੈਕਟ ਐਂਡ ਫਿਗਰ ਮੋਦੀ ਦਿੰਦਾ ਆ, ਉਹ ਕੁਐਸਚਨੇਬਲ ਹੈਗਾ ਆ। ਕਿੰਨੇ ਲੋਕਾਂ ਦੀਆਂ ਡੈਥਸ ਹੋਈਆਂ ਇੰਡੀਆ ਦੇ ਵਿੱਚ ਕੋਵਿਡ ਕਰਕੇ, ਜਿਹੜੀ ਇਹ ਵਾਇਰਸ ਸੀਗਾ। ਸਰਕਾਰ ਕਹਿ ਰਹੀ ਹੈ, ਅੱਜ ਮੈਂ ਦੇਖ ਰਿਹਾ ਸੀਗਾ 4.5 ਲੱਖ ਇਹਨਾਂ ਦਾ ਡਾਟਾ ਸ਼ੋਅ ਕਰ ਰਿਹਾ ਆ। ਤੇ ਪਰ ਮਈ ਮਹੀਨੇ ਦੇ ਵਿੱਚ ਇੱਕ ਰਿਪੋਰਟ ਪਬਲਿਸ਼ ਕੀਤੀ ਸੀ ਅਮਰੀਕਾ ਦੇ ਇੱਕ ਅਦਾਰੇ ਨੇ, ਤੇ ਉਹ ਕਹਿੰਦਾ ਘੱਟੋ ਘੱਟ 10 ਗੁਣਾ ਜ਼ਿਆਦਾ ਡੈਥਸ ਹੋਈਆਂ ਨੇ। ਤੇ 10 ਅਗਰ ਜੇ ਇੰਡੀਆ ਦੀ ਸਰਕਾਰ ਅੱਜ ਦੀ ਡੇਟ ਦੇ ਵਿੱਚ 4.5 ਲੱਖ ਡਾਟਾ ਸ਼ੋਅ ਕਰ ਰਹੀ ਹੈ, ਤਾਂ 45 ਲੱਖ ਦੇ ਕਰੀਬ ਜਿਹੜੀਆਂ ਨੇ ਡੈਥਸ ਹੋਈਆਂ ਹੈਗੀਆਂ ਨੇ। ਔਰ ਉਹ ਕਾਫੀ ਹੱਦ ਤੱਕ, ਕਿਉਂਕਿ ਮੋਦੀ ਦੀਆਂ ਸਾਰੀਆਂ ਫਿਗਰਸ ਝੂਠ ਹੈਗੀਆਂ ਨੇ ਜੀ, A to Z। ਇੱਕ ਤਾਂ ਹੁੰਦਾ ਫਿਗਰ, ਜਿਹੜੀਆਂ ਇਤਿਹਾਸਿਕ ਘਟਨਾਵਾਂ ਵੀ ਨੇ ਉਹਦੇ ਬਾਰੇ ਵੀ ਮੋਦੀ ਅਕਸਰ ਝੂਠ ਬੋਲਦਾ ਫੜਿਆ ਜਾਂਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੂੰ ਇਹਨਾਂ ਨੇ, ਮੋਦੀ ਨੇ ਯੂਪੀ ਦੇ ਵਿੱਚ, ਸ਼ਾਇਦ ਬਨਾਰਸ ਦੇ ਵਿੱਚ ਜਾਂ ਕਿੱਥੇ ਭਾਸ਼ਣ ਦੇ ਰਿਹਾ ਸੀ ਮੋਦੀ, ਤੇ ਉਹਦੇ ਵਿੱਚ ਭਗਤ ਰਾਮਾਨੰਦ ਤੇ ਭਗਤ ਕਬੀਰ ਤੇ ਗੁਰੂ ਨਾਨਕ ਸਾਹਿਬ ਨੂੰ ਇਹਨੇ ਸਮਕਾਲੀ ਬਣਾ ਕੇ ਪੇਸ਼ ਕਰਤਾ ਸੀਗਾ ਵੀ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਮੀਨਸ ਇਕੱਠੇ ਭਗਤੀ ਕੀਤੀ ਸੀ ਜਾਂ ਵਿਚਰੇ ਸੀ ਇਕੱਠੇ, ਜਿਹੜਾ ਕਿ ਕੋਰਾ ਝੂਠ ਆ। ਫਿਰ ਮੋਦੀ ਇੰਡੀਆ ਦੀ ਜਿਹੜੀ ਹੈਗੀ ਹੈ ਮੈਡੀਕਲ ਸਾਇੰਸ, ਵੀ ਜਿਹੜੇ ਪਲਾਸਟਿਕ ਸਰਜਨ ਇੰਡੀਆ ਦੇ ਐਡੇ ਵਧੀਆ ਸੀਗੇ ਪੁਰਾਣੇ ਟਾਈਮਾਂ ਦੇ ਵਿੱਚ, ਵੈਦਿਕ ਕਾਲ ਜਿਹਨੂੰ ਕਹਿ ਦਿੰਦੇ ਨੇ, ਜਿਹਨੂੰ ਕਿ ਮੈਂ ਮੈਥੋਲੋਜੀ ਮੰਨਦਾ ਹਾਂ ਵੀ ਵੈਦਿਕ ਕਾਲ ਦੇ ਵਿੱਚ ਇੰਡੀਆ ਦੀ ਜਿਹੜੀ ਮੈਡੀਕਲ ਸਾਇੰਸ ਇੰਨੀ ਕੁ ਤਰੱਕੀ ਕਰ ਗਈ ਸੀਗੀ ਵੀ ਬੰਦੇ ਦਾ ਸਿਰ ਵੱਢਤਾ ਤੇ ਉਧਰੋਂ ਹਾਥੀ ਦਾ ਸਿਰ ਵੱਢਤਾ ਤੇ ਬੰਦੇ ਦਾ ਧੜ ਤੇ ਹਾਥੀ ਦਾ ਸਿਰ ਲਾ ਕੇ ਗਣੇਸ਼ ਜੀ ਬਣਾਤੇ। ਇਹ ਭਾਸ਼ਣ ਮੋਦੀ ਜਦੋਂ ਪਹਿਲੀ ਵਾਰੀ ਬਣਿਆ ਪ੍ਰਧਾਨ ਮੰਤਰੀ, 2014 ਜਾਂ 15 ਦੀ ਗੱਲ ਆ, ਬੰਬੇ ਦੇ ਵਿੱਚ ਇਹ ਭਾਸ਼ਣ ਦੇ ਰਿਹਾ ਹੈਗਾ ਡਾਕਟਰਾਂ ਦੇ ਸਾਹਮਣੇ। ਠੀਕ ਹੈ ਜੀ। ਬਹੁਤ ਐਗਜ਼ਾਮਪਲ ਨੇ ਇਹਦੀਆਂ, ਹੋਰ ਐਗਜ਼ਾਮਪਲ ਇਹਦੀ ਝੂਠ ਬੋਲਣ ਦੀ। ਫੈਕਟ ਐਂਡ ਫਿਗਰ ਦੇ ਉੱਤੇ ਜੇਕਰ ਮੈਂ ਆਵਾਂ, ਉਹ ਹੈਗੀ ਆ ਆਪਣੀ ਬਿਹਾਰ ਦੀ ਚੋਣ ਸੀਗੀ 2000, ਜਦੋਂ ਪਹਿਲੀ ਵਾਰੀ ਇਹ ਪ੍ਰਧਾਨ ਮੰਤਰੀ ਬਣਿਆ, ਉਸ ਤੋਂ ਬਾਅਦ ਬਿਹਾਰ ਦੀ ਚੋਣ ਸ਼ਾਇਦ 2015 ਦੀ ਸੀ ਜਾਂ 16 ਦੀ ਸੀ, 15 ਦੀ ਹੋਣੀ ਆ ਬਿਹਾਰ ਚੋਣ। ਉਹਦੇ ਵਿੱਚ ਇਹਨੇ ਨਿਤਿਸ਼ ਕੁਮਾਰ ਨੇ ਮੋਦੀ ਨਾਲੋਂ ਆਪਣਾ ਤੋੜ ਲਿਆ ਸੀਗਾ ਜਿਹੜਾ ਗੱਠਜੋੜ, ਤੇ ਨਿਤਿਸ਼ ਕੁਮਾਰ ਕਾਂਗਰਸ ਤੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ, ਇਹਨਾਂ ਨੇ ਚੋਣ ਲੜੇ ਸੀ, ਤੇ ਬੀਜੇਪੀ ਉਹ ਬੁਰੀ ਤਰ੍ਹਾਂ ਚੋਣ ਹਾਰ ਗਈ ਸੀ। ਉਹ ਵੱਖਰੀ ਗੱਲ ਆ ਕਿ ਬਾਅਦ ਚੋਂ ਨਿਤਿਸ਼ ਕੁਮਾਰ ਨੇ ਜਿਹੜਾ ਲਾਲੂ ਵਾਲਾ ਗੱਠਜੋੜ ਤੋੜ ਕੇ ਤੇ ਬੀਜੇਪੀ ਦੇ ਨਾਲ ਫਿਰ ਸਰਕਾਰ ਬਣਾ ਲਈ। ਪਰ ਗੱਠਜੋੜ ਤੋੜਨ ਤੋਂ ਬਾਅਦ ਜਦੋਂ ਚੋਣ ਰੈਲੀਆਂ ਦੇ ਦੌਰਾਨ, ਜਦੋਂ ਇਹ ਮੋਦੀ ਪ੍ਰਚਾਰ ਕਰ ਰਿਹਾ ਸੀਗਾ ਬਿਹਾਰ ਦੇ ਵਿੱਚ, ਇਹ ਬੰਦਾ ਸਟੇਜ ਤੇ ਖੜ ਕੇ ਭਾਸ਼ਣ ਦੇ ਰਿਹਾ ਹੈਗਾ ਬਈ ਬਿਹਾਰ ਨੂੰ ਦਿੱਤਾ ਸਪੈਸ਼ਲ ਪੈਕੇਜ 50-60 ਹਜ਼ਾਰ ਕਰੋੜ ਤੋਂ ਇਹਨੇ ਸ਼ੁਰੂ ਕਰਕੇ 50,000 ਕਰੋੜ, 60,000 ਕਰੋੜ, 70,000 ਕਰੋੜ, 100 ਕਰੋੜ, ਪੂਰਾ ਕਹਿੰਦਾ 125 ਕਰੋੜ ਦਾ ਪੈਕੇਜ ਦਿੱਤਾ ਬਿਹਾਰ ਨੂੰ ਕੇਂਦਰ ਸਰਕਾਰ ਨੇ। ਕਿੱਥੇ ਆ ਵੀ ਪੈਕੇਜ? ਉਹ ਪੈਕੇਜ ਕਿੱਥੇ ਆ? ਜਾਨੀ ਨਿਰਾ ਝੂਠ ਸਾਰਾ, ਜਾਨੀ ਬੀਜੇਪੀ ਦਾ, RSS ਦਾ ਜਿਹੜਾ ਦਾਰੋ ਮਦਾਰ ਆ, ਸਾਰਾ ਝੂਠ ਦੇ ਉੱਤੇ ਖੜਾ ਆ। ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਇਹਨਾਂ ਨੇ ਖਰੀਦ ਲਿਆ ਹੋਇਆ ਆ, ਤੇ 1-2 ਅਦਾਰਿਆਂ ਨੂੰ ਛੱਡ ਕੇ NDTV ਦੇ ਉੱਤੇ ਰਵੀਸ਼ ਕੁਮਾਰ ਤੇ ਨਿਊਜ਼ 24 ਦੇ ਉੱਤੇ ਆਪਣੇ ਸੰਦੀਪ ਚੌਧਰੀ ਹੋਣੀ, ਇਹ ਕੰਮ ਬੜੇ ਵਧੀਆ ਕੰਮ ਕਰ ਰਹੇ ਨੇ। ਪਰ ਇਸ ਤੋਂ ਇਲਾਵਾ ਜਿਹੜਾ ਮੀਡੀਆ ਥੋੜਾ ਬਹੁਤ ਖੜਾ ਹੋਇਆ ਅੱਜ ਦੀ ਡੇਟ ਦੇ ਵਿੱਚ, ਉਹ ਖੜਾ ਹੋਇਆ ਜਿਹੜਾ YouTube ਦੇ ਉੱਤੇ ਨਿਊਜ਼ ਚੈਨਲ ਬਣਾਏ ਹੋਏ ਨੇ ਅਲੱਗ-ਅਲੱਗ, ਜਿਹੜੇ ਮੇਨ ਸਟ੍ਰੀਮ ਚੈਨਲ ਵਾਲਿਆਂ ਨੇ ਵੀ ਨਿਊਜ਼ ਚੈਨਲ ਹੁਣ ਬਣਾ ਲਏ ਹੋਏ ਨੇ YouTube ਦੇ ਉੱਤੇ, ਤੇ ਉਹ ਕਾਫੀ ਵਧੀਆ ਕੰਮ ਕਰ ਰਹੇ ਨੇ। ਪਰ ਉਹਨਾਂ ਨੂੰ ਵੀ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਮੋਦੀ ਸਰਕਾਰ ਵੱਲੋਂ। ਤੇ ਚੌਥੀ ਖਬਰ, ਆਰੀਅਨ ਖਾਨ ਜਿਹੜਾ ਇਹਦਾ ਸ਼ਾਹਰੁਖ ਖਾਨ ਦਾ ਮੁੰਡਾ ਆ, 2 ਅਕਤੂਬਰ ਨੂੰ ਇਹਨੂੰ ਫੜਿਆ ਹੋਇਆ ਜੀ। ਕਰੂਜ਼ ਦੇ ਉੱਤੇ ਚੱਲੇ ਸੀ ਮੌਜ ਮਸਤੀ ਕਰਨ, ਤੇ ਉਹਨੂੰ ਫੜ ਕੇ ਜੇਲ੍ਹ 'ਚ ਸੁੱਟਿਆ ਇਹਨਾਂ ਨੇ। ਜਿਹੜਾ NCB ਆ, ਨਾਰਕੋਟਿਕਸ ਕੰਟਰੋਲ ਬਿਊਰੋ, ਵੀ ਉਹਦੇ ਕੋਲੋਂ ਡਰੱਗ, ਉਹਦੇ ਕੋਲੋਂ ਕੋਈ ਡਰੱਗ ਨਹੀਂ ਫੜੇਗੀ। ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ ਇਸ ਕੇਸ ਦੇ ਬਾਰੇ ਵੀ, ਤੇ ਉਹ ਵੀ ਹਲੇ ਜੇਲ੍ਹ ਦੇ ਵਿੱਚ ਹੀ ਹੈ ਜੀ। ਲਖੀਮਪੁਰ ਕਤਲੇਆਮ ਦੇ ਵਿੱਚ ਬਹੁਤ ਜ਼ਿਆਦਾ ਢਿੱਲ ਮੱਠ ਵਰਤੀ ਜਾ ਰਹੀ ਹੈ, ਤੇ ਆਪਾਂ ਪਹਿਲਾਂ ਜਿਹੜਾ 100 ਕਰੋੜ ਵਾਲਾ ਹੈਗਾ, ਇੱਥੋਂ ਆਪਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਤੇ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਜਿਹੜਾ ਵੀਡੀਓ ਦਾ ਲਿੰਕ ਹੈ ਕਿਰਪਾ ਕਰਕੇ
ਸ਼ੇਅਰ ਜ਼ਰੂਰ ਕਰ ਦਿਓ ਜੀ ਇਹਨੂੰ, ਵੀਡੀਓ ਲਿੰਕ ਨੂੰ, ਤੇ ਮੈਂ ਕਮੈਂਟਸ ਪੜ੍ਹ ਲਵਾਂ ਜੀ। ਤੇ ਕੋਸ਼ਿਸ਼ ਕਰੂੰਗਾ ਮੈਂ ਬਈ ਜਿਹੜੇ ਨੈਗੇਟਿਵ ਕਮੈਂਟਸ ਨੇ, ਗੰਦੀ ਸ਼ਬਦਾਵਲੀ ਵਰਤੀ ਗਈ ਆ, ਉਹਨੂੰ, ਮੇਰੀ ਆਦਤ ਇੰਨੀ ਕੁ ਭੈੜੀ ਆ ਵੀ ਪੁੱਠੀ ਗੱਲ ਦੇ ਉੱਤੇ ਪਹਿਲਾਂ ਧਿਆਨ ਜਾਂਦਾ ਆ। ਕੋਸ਼ਿਸ਼ ਕਰੂੰਗਾ ਮੈਂ ਇਹਨਾਂ ਨੂੰ ਨਾ ਪੜ੍ਹਾਂ ਤੇ ਬਾਅਦ ਚੋਂ ਉਹਨਾਂ ਨੂੰ ਪ੍ਰੋਗਰਾਮ ਤੋਂ ਖਤਮ ਹੋਣ ਤੋਂ ਬਾਅਦ ਉਹ ਬੰਦਿਆਂ ਨੂੰ ਬਲੌਕ ਕਰ ਦਿੱਤਾ ਜਾਵੇ। ਆਪਣੇ ਨਾਲ ਜੌਨੀ ਜਤਿੰਦਰ ਗਿੱਲ ਬਾਈ ਜੀ ਜੁੜੇ ਨੇ। ਬਾਈ ਜੀ ਸਤਿ ਸ੍ਰੀ ਅਕਾਲ ਜੀ। ਕੱਢਿਓ ਕੋਈ ਨਵਾਂ ਸੱਪ। ਨਹੀਂ ਬਾਈ ਜੀ, ਆਪਾਂ ਨਵੇਂ ਸੱਪ, ਨੈਗੇਟਿਵ ਖਬਰਾਂ ਨੇ ਜੀ ਇਹ ਸਾਰੀਆਂ, ਕੋਈ ਵਧੀਆ ਖਬਰਾਂ ਨਹੀਂ ਗੀਆਂ। ਜੋ ਵੀ ਸਿੰਘੂ ਬਾਰਡਰ ਕਤਲकांड ਹੋਇਆ ਆ ਉਹ ਖਬਰਾਂ ਬਹੁਤ ਨੈਗੇਟਿਵ ਨੇ। ਆਪਾਂ ਇਹਨਾਂ ਨੂੰ ਪਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੈਗੀ ਹੈ। ਨਹੀਂ ਬਾਈ ਜੀ, ਮੈਂ ਹਲੇ ਕਾਲ ਨਹੀਂ ਲੈ ਸਕਦਾ ਹੈਗਾ। ਇਹ ਆਵਾਜ਼ ਮਿਊਟ ਕਾਤੇ ਨਹੀਂ ਹੁੰਦੀ ਯਾਰ? ਆਵਾਜ਼ ਕਿਉਂ ਆ ਰਹੀ ਹੈ? ਮੈਂ ਹਲੇ ਕਾਲ ਕਿਰਪਾ ਕਰਕੇ ਨਾ ਲਵੋ ਪਲੀਜ਼। ਕਾਲ ਮੈਂ ਥੋੜਾ ਜਿਹਾ ਕਰ ਲਾਂ। 2024 ਚ ਭਗਤਾਂ ਨੇ ਕਹਿਣਾ ਕਿ 2014 ਵਿੱਚ ਮੋਦੀ ਨੇ ਦੇਸ਼ ਆਜ਼ਾਦ ਕਰਵਾਇਆ ਸੀ। ਕਾਲ ਹਲੇ ਨਾ ਕਰੋ ਜੀ, ਥੋੜੀ ਦੇਰ ਠਹਿਰ ਕੇ ਕਾਲ ਕਰੋ ਜੀ। ਮੈਨੂੰ ਥੋੜਾ ਜਿਹਾ ਪ੍ਰੋਗਰਾਮ ਰੀਡ ਲੈਣ ਦਿਓ। ਜਿਹੜੀ ਇੱਕ ਮੇਨ ਖਬਰ ਮੈਂ ਜਿਹੜੀ ਹੈਗੀ ਆ ਇਹ 100 ਕਰੋੜ ਵੈਕਸੀਨ ਵਾਲੀ, ਤੇ ਇਹਨੇ ਮੋਦੀ ਨੇ ਸਾਰੇ ਮੁਲਕ ਨੂੰ ਬੇਵਕੂਫ ਬਣਾਉਣਾ ਹੈ। ਇਹਦੇ ਤੇ ਇਹਨੂੰ ਕਵਰ ਕਰਨਾ ਜ਼ਰੂਰੀ ਹੈਗਾ ਜੀ। ਝੂਠ ਬੋਲਿਆ ਜਾ ਰਿਹਾ ਹੈ, ਲੋਕਾਂ ਦੀ ਲਾਸ਼ਾਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈਗੀ ਹੈ ਤੇ ਆਪਣੀ ਪਿਠਾਪੀ ਥੱਪੜੀ ਜਾ ਰਿਹਾ ਮੋਦੀ। ਤੁਸੀਂ ਇੱਕ ਆਪਣੇ ਫੋਨ ਕਾਲ ਕਰ ਦਿਓ, ਮੈਂ ਬੈਕ ਕਾਲ ਤੁਹਾਨੂੰ ਮੈਂ ਕਰ ਲੂੰਗਾ ਜੀ ਉਹਦੇ ਵਿੱਚ। ਤੇ ਇਹ ਜਿਹੜੀ ਖਬਰ ਹੈ, ਮੈਨੂੰ ਜਿਹੜਾ ਹੈਗਾ ਸਿੰਘੂ ਬਾਰਡਰ ਵਾਲਾ ਜਿਹੜਾ ਹੋਇਆ ਨਾ, ਜਿਹੜਾ ਮੇਰਾ ਪਰਸਨਲ ਐਕਸਪੀਰੀਅੰਸ ਆ, ਕਿਉਂਕਿ ਮੈਂ ਡੇ 1 ਤੋਂ ਹੀ ਇਹਨੂੰ ਕਵਰ ਕੀਤਾ ਖਬਰ ਨੂੰ, ਪੋਸਟਾਂ ਪਾਈਆਂ, ਵੀਡੀਓਜ਼ ਵੀ ਪਾਈਆਂ। ਜਾਣੀ ਕਿ ਦੋ ਧੜਿਆਂ 'ਚ ਵੰਡਿਆ ਗਿਆ ਸੀਗੇ ਲੋਕੀ ਜਿਹੜੇ ਇਸ ਘਟਨਾ ਦੇ ਸੰਦਰਭ ਦੇ ਵਿੱਚ, ਪੰਜਾਬੀ ਕਹਿ ਲਈਏ, ਸਿੱਖ ਕਹਿ ਲਈਏ। ਇੱਕ ਧੜਾ ਇਹਨੂੰ ਠੀਕ ਕਹਿ ਰਿਹਾ ਸੀਗਾ ਵੀ ਸੌਦਾ ਵਧੀਆ ਲਾਇਆ, ਤੇ ਦੂਜਾ ਧੜਾ ਇਹਨੂੰ ਗਲਤ ਕਹਿ ਰਿਹਾ ਸੀਗਾ। ਉਹ ਮੈਂ ਦੂਜੇ ਧੜੇ ਵਾਲੇ ਨੂੰ ਸਪੋਰਟ ਕਰ ਰਿਹਾ ਸੀਗਾ। ਤੇ ਖਬਰਾਂ ਵੀ ਜਦੋਂ ਲੀਕ ਹੋ ਗਈਆਂ ਬਈ, ਆ ਜਿਹੜੀਆਂ ਫੋਟੋਆਂ ਲੀਕ ਹੋਈਆਂ ਜਦੋਂ ਮੰਤਰੀ ਤੋਂ ਸਰੋਪਾ ਪਾਉਂਦੇ ਦੀਆਂ, ਜਿਹੜਾ ਮੇਰਾ ਐਕਸਪੀਰੀਅੰਸ ਆ ਉਹ ਹੈਗਾ ਬਈ 90% ਤੋਂ ਵੱਧ ਜਿਹੜੇ ਕਮੈਂਟਸ ਨੇ ਮੇਰੀਆਂ ਪੋਸਟਾਂ ਦੇ ਉੱਤੇ, ਜਿਹੜੇ ਅਸਲੀ ਆਈਡੀਜ਼ ਵਾਲੀਆਂ ਮੈਂ ਗੱਲ ਕਰਾਂ, ਨਕਲੀ ਆਈਡੀਆਂ ਨੂੰ ਛੱਡ ਦਿਓ। ਨਕਲੀ ਆਈਡੀ ਵਾਲੇ ਤਾਂ ਹੋ ਸਕਦਾ ਬੀਜੇਪੀ ਦੇ ਵੀ ਬੰਦੇ ਉੱਥੇ ਕਮੈਂਟ ਕਰਦੇ ਹੋਣ ਨਕਲੀ ਆਈਡੀਆਂ ਬਣਾ ਕੇ। ਔਰ ਜਿਹੜਾ ਮੈਨੂੰ WhatsApp ਦੇ ਉੱਤੇ ਮੈਸੇਜ ਆਏ ਨੇ, ਯਾਨੀ 95% ਜਿਹੜਾ 90 ਪਲੱਸ ਕਹਿ ਲੂੰਗਾ ਮੈਂ, 90 ਤੋਂ 95% ਲੋਕਾਂ ਨੇ ਇਹਨੂੰ ਗਲਤ ਠਹਿਰਾਇਆ। ਤੇ ਮੈਨੂੰ ਪਰਸਨਲੀ ਬਹੁਤ ਖੁਸ਼ੀ ਹੈਗੀ ਇਸ ਚੀਜ਼ ਦੀ ਵੀ ਸਾਡੀ ਕੌਮ ਨੂੰ ਬੇਵਕੂਫ ਇਹਨਾਂ ਨੇ ਬਣਾਇਆ ਹੈ। ਨਹੀਂ ਬਾਈ ਜੀ, ਮੈਂ ਹਲੇ ਨਹੀਂ ਲੈ ਸਕਦਾ ਯਾਰ। ਇਹਦੀ ਆਵਾਜ਼ ਬੰਦ ਕਿੱਥੋਂ ਹੋਣੀ ਹੈ? ਕਿੱਥੋਂ ਆ ਰਿਹਾ ਫੋਨ? WhatsApp ਤੇ ਆ ਰਿਹਾ। ਇਹਨੂੰ ਬੰਦ ਕਰਦੇ ਹਾਂ, WhatsApp ਨੂੰ ਇੱਧਰੋਂ ਆਇਆ, ਇਹਨੂੰ ਬੰਦ ਕਰਦੇ। ਕਿੱਥੋਂ ਆ ਰਿਹਾ ਮੈਂ ਸਮਝ ਗਿਆ। ਹਲੇ ਮੈਂ ਬਾਈ ਜੀ ਆਪੇ ਬੈਕ ਕਾਲ ਮੈਂ ਕਰ ਲੈਣੀ ਹੈ ਜੀ। ਬਾਈ ਜੀ ਗੁਰੂ ਨਾਨਕ, ਅਮਨ ਬੰਗਾ ਜੀ ਕਹਿੰਦੇ ਨੇ, ਅਮਿਤ ਬੰਗਾ ਜੀ, ਗੁਰੂ ਨਾਨਕ ਮਹਾਰਾਜ ਜੀ ਦੀ ਬੇਅਦਬੀ ਕੀਤੀ ਗਈ ਹੈ ਅਨਿਲ ਅਰੋੜੇ ਵੱਲੋਂ, ਉਹਦੇ ਵੱਲ ਵੀ ਧਿਆਨ ਦਿਓ। ਦੇਵਾਂਗੇ ਜੀ ਧਿਆਨ। ਉਹਦੇ ਬਾਰੇ ਮੇਰਾ ਖਿਆਲ ਕਿਸੇ ਨੇ, ਇੱਕ ਸੱਜਣਾ ਨੇ ਆਪਣੇ ਜਗਰਾਉਂ ਦੇ ਸੀਗੇ ਸ਼ਾਇਦ ਉਹ, ਜਾਂ ਕਿੱਥੋਂ ਦੇ ਸੀਗੇ, ਉਹਨਾਂ ਨੇ ਜਿਹੜਾ ਅਨਿਲ ਅਰੋੜੇ ਨੇ ਬੇਅਦਬੀ ਕੀਤੀ ਹੈ ਗੁਰੂ ਨਾਨਕ ਸਾਹਿਬ ਦੀ, ਤੇ ਉਹਦੇ ਬਾਰੇ ਧਾਰਾ 295A ਦੇ ਵਿੱਚ ਪਰਚਾ ਦਾਖਲ ਕਰਵਾਤਾ ਹੋਇਆ। ਉਹਦੇ ਬਾਰੇ ਵੀ ਆਉਂਦੇ ਦਿਨਾਂ 'ਚ ਗੱਲ ਕਰਾਂਗੇ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਹ ਜਿਹੜਾ ਬ੍ਰਾਹਮਣ ਨੇ ਗੁਰੂ ਨਾਨਕ ਸਾਹਿਬ ਤੋਂ ਕਿੰਨੇ ਔਖੇ ਨੇ, ਕਿੰਨੀ ਤਕਲੀਫ ਆ ਵੀ ਗੁਰੂ ਨਾਨਕ ਸਾਹਿਬ ਦਾ ਜਨਮ ਕਿੱਦਾਂ ਹੋ ਗਿਆ। ਮੈਂ ਇਸ ਐਂਗਲ ਤੋਂ ਲੈ ਰਿਹਾ ਹਾਂ ਬ੍ਰਾਹਮਣ ਨੇ ਔਖਾ ਹੋਣਾ ਹੀ ਹੋਣਾ ਹੈ। ਜਿਹੜਾ ਕਿ ਤੁਹਾਡਾ ਹੈ ਨਾ, ਆਹ ਸਮਾਜ ਨੂੰ ਵੰਡਣਾ ਜਾਤ ਪਾਤ ਦੇ ਆਧਾਰ ਤੇ ਜਾਂ ਲਿੰਗ ਦੇ ਆਧਾਰ ਦੇ ਉੱਤੇ ਵੰਡਣਾ, ਤੇ ਇਹ ਸਾਰਾ ਬ੍ਰਾਹਮਣ ਦੀ ਕਾਢ ਆ। ਤੇ ਬ੍ਰਾਹਮਣ ਔਖਾ ਬਹੁਤ ਹੈ। ਮੈਂ ਉਹ ਜਿਹੜਾ ਆਡੀਓ ਕਲਿੱਪ ਮੇਰੇ ਕੋਲ ਹੈਗਾ, ਮੈਨੂੰ ਕਿਸੇ ਸੱਜਣ ਨੇ ਭੇਜਿਆ ਸੀਗਾ। ਮੈਂ ਇਸ ਗੱਲ ਤੋਂ ਮੈਨੂੰ ਖੁਸ਼ੀ ਹੈ ਵੀ ਤਕਲੀਫ ਹੈ ਇਹਨਾਂ ਨੂੰ, ਬ੍ਰਾਹਮਣ ਨੂੰ ਤਕਲੀਫ ਹੋਣੀ ਵੀ ਬਣਦੀ ਹੈ ਗੁਰੂ ਨਾਨਕ ਸਾਹਿਬ ਤੋਂ। ਠੀਕ ਹੈ ਜੀ, ਆਪਾਂ ਮੋਦੀ ਤੇ ਗੱਲਬਾਤ ਕਰੀਏ ਹੁਣ। ਇਹਨੇ ਭਾਸ਼ਣ ਦਿੱਤਾ ਹੈਗਾ ਜੀ, ਮੈਂ ਲੈ ਆਵਾਂ ਉਹ ਵਾਲਾ ਮੋਦੀ ਦਾ ਭਾਸ਼ਣ, ਵੈਕਸੀਨ, ਕੋਵਿਡ ਐਡਰੈਸਸ ਦ ਨੇਸ਼ਨ, 100 ਕਰੋੜ ਵੈਕਸੀਨ। ਬੈਕਗਰਾਊਂਡ ਦੇ ਵਿੱਚ ਇਹ ਚੱਲੂਗਾ ਜੀ ਆਵਾਜ਼, ਮੋਦੀ ਦਾ ਗੱਪੂ ਦਾ ਭਾਸ਼ਣ। ਤੇ 100 ਕਰੋੜ ਵੈਕਸੀਨ ਇਹ ਹੈਗੀ ਹੈ ਜੀ ਤਰੀਕ 22 ਅਕਤੂਬਰ ਨੂੰ ਇਹਨੇ ਭਾਸ਼ਣ ਦਿੱਤਾ ਜੀ। ਇਹ ਕਿਤੇ ਮੋਦੀ ਨੇ ਜੀ ਵੈਕਸੀਨ ਦੇ ਬਾਰੇ ਇਹਨੇ ਦਮਗੱਜੇ ਮਾਰੇ ਨੇ। ਔਰ ਮੈਂ ਇਹ ਸਾਬਤ ਕਰਨਾ ਆ ਵੀ ਲਾਸ਼ਾਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ। ਲੋਕਾਂ ਦੀ ਜਿਹੜੀ ਯਾਦਾਸ਼ਤ ਹੈ ਇੰਡੀਆ ਦੇ ਵਿੱਚ, ਸ਼ਾਇਦ ਸਾਰੇ ਪਾਸੇ ਹੀ, ਖਾਸ ਕਰਕੇ ਜਦੋਂ ਆਪਾਂ ਸਿਆਸਤ ਦੇ ਨਾਲ ਜੋੜ ਕੇ ਵੇਖਦੇ ਹਾਂ, ਤੇ ਲੋਕਾਂ ਦੀ ਸਿਆਸਤ, ਆਵਾਮ ਦੀ ਨੋਟ ਸਿਆਸਤ, ਯਾਦਗਾਰ ਹੈ ਜਿਹੜੀ, ਠੀਕ ਹੈ ਜੀ, ਮੈਮਰੀ ਆ, ਉਹ ਸ਼ਾਰਟ ਟਰਮ ਹੁੰਦੀ ਆ, ਉਹ ਭੁੱਲ ਜਾਂਦੀ ਹੈ ਜਲਦੀ। ਵੋਟਾਂ ਵੇਲੇ ਮੁੱਦੇ ਨਵੇਂ ਉਭਾਰ ਕੇ ਪੇਸ਼ ਕਰ ਦਿੱਤੇ ਜਾਂਦੇ ਨੇ, ਅਸਲੀ ਨਕਲੀ, ਤੇ ਉਹਦਾ ਫਾਇਦਾ ਸਿਆਸੀ ਜਮਾਤ ਨੂੰ ਮਿਲਦਾ ਆ। ਜੋ ਜਿਵੇਂ ਮੋਦੀ ਨੇ ਕੋਵਿਡ ਨੂੰ ਹੈਂਡਲ ਕੀਤਾ, ਮੋਦੀ ਸਰਕਾਰ ਨੇ ਟੋਟਲ ਫੇਲਿਅਰ ਆ। ਸਾਰੀ ਦੁਨੀਆ ਦੇ ਵਿੱਚ ਜਲੂਸ ਨਿਕਲਿਆ ਤੇ ਮੋਦੀ ਆਪਣੀ ਪਿੱਠ ਆਪੀ ਥੱਪੜ ਰਿਹਾ ਆ। 100 करोड़ वैक्सीन डोज, ये केवल
एक आंकड़ा नहीं है, ये देश के सामर्थ्य का प्रतिबिंब है। 100 ਕਰੋੜ ਵੈਕਸੀਨ ਇਹ ਇੱਕ ਅੰਕੜਾ ਨਹੀਂ ਹੈ, ਜੁਮਲਾ ਆ। ਇਹਨੇ ਤਾਂ ਹੋਰ ਬਣਾਤਾ ਨਾ ਕਿ ਪ੍ਰਤੀਬਿੰਬ ਹੈਗਾ ਵੀ ਇਮੇਜ ਵਧੀਆ, ਇਮੇਜ ਇੰਡੀਆ ਦੀ, ਪਰ ਇਹਨੂੰ ਮੈਂ ਕਹੂੰਗਾ ਇੱਕ ਜੁਮਲਾ ਹੈ, ਇੱਕ ਹੋਰ ਜੁਮਲਾ ਛੱਡਿਆ 100 ਕਰੋੜ ਵੈਕਸੀਨ ਦਾ। इतिहास के नए अध्याय की रचना, अच्छा, ये उस नए भारत की तस्वीर है जो कठिन लक्ष्य निर्धारित कर उन्हें हासिल करना जानता है। ये उस नए भारत की तस्वीर है जो अपने संकल्पों की सिद्धि के लिए परिश्रम की पराकाष्ठा करता है। साथियों, आज कई लोग ਇਹ ਜਾਣੀ ਮੋਦੀ ਨੂੰ ਇਹ ਹੈਗਾ ਬਈ ਇਹ ਭਾਸ਼ਣ ਦੇ ਕੇ ਲੋਕਾਂ ਨੂੰ ਬੇਵਕੂਫ ਬਣਾਉਣਾ, ਬਣਨ ਵਾਲਿਆਂ ਨੇ ਬਣਨਾ ਆ। ਪਰ ਜਿਹੜਾ ਇਹ ਕਹਿ ਰਿਹਾ ਵੀ ਇੰਡੀਆ ਦੀ ਇਮੇਜ ਬਹੁਤ ਵਧੀਆ ਹੈਗੀ ਆ, ਤੇ ਇਹ ਬਿਲਕੁਲ ਝੂਠ ਬੋਲਿਆ ਜਾ ਰਿਹਾ। ਮੈਂ ਕਹਿੰਦਾ ਦੁਨੀਆ ਭਰ ਦੇ ਅਖਬਾਰਾਂ ਨੇ ਖਬਰਾਂ ਲਾਈਆਂ ਨੇ, ਉਹਦੇ ਵਿੱਚ ਮੈਂ ਸਕਰੀਨ ਤੇ ਵੀ ਲੈ ਆਉਂਦਾ ਹੈਗਾ, ਵਿੰਡੋਜ਼ ਕੈਪਚਰ, BBC ਦੀ ਖਬਰ ਹੈਗੀ ਆ ਕਿ ਜਿਹੜੀਆਂ ਡੈਥਸ ਹੈਗੀਆਂ ਨੇ ਇੰਡੀਆ ਦੇ ਵਿੱਚ, ਸਰਕਾਰੀ ਨੇ ਜਿਹੜਾ ਸਰਕਾਰ ਦਾ ਨੰਬਰ ਹੈਗਾ ਉਹਦੇ ਨਾਲੋਂ 10 ਗੁਣਾ ਦੇ ਕਰੀਬ ਇਹ ਡੈਥਸ ਨੇ ਜਿਹੜੀਆਂ ਜ਼ਿਆਦਾ ਹੋਈਆਂ ਨੇ, ਯਾਨੀ ਝੂਠ ਬੋਲਿਆ ਜਾ ਰਿਹਾ। ਇੰਡੀਆ ਦੀ ਇਮੇਜ ਇਹ ਹੈਗੀ ਆ ਆਪਣੇ ਦੁਨੀਆ ਦੇ ਵਿੱਚ। ਜਿਹੜੀਆਂ ਗੰਗਾ ਦੇ ਵਿੱਚ, ਜਿਹੜੀ ਗੰਗਾ ਲੰਘਦੀ ਹੈਗੀ ਆ ਹਰਿਦੁਆਰ ਚੋਂ ਤੇ ਅੱਗੋਂ ਯੂਪੀ ਦੇ ਵਿੱਚੋਂ ਬਿਹਾਰ ਚੋਂ ਲੰਘ ਕੇ ਜਾਂਦੀ ਆ, ਉਹਦੇ ਵਿੱਚ ਲਾਸ਼ਾਂ ਜਿਹੜੀਆਂ ਲੋਕਾਂ ਨੂੰ ਮਜਬੂਰ ਹੋ ਕੇ ਸੁੱਟਣੀਆਂ ਪਈਆਂ ਨੇ, ਕਿਉਂਕਿ ਇੰਨੇ ਕੁ ਜ਼ਿਆਦਾ ਮਤਲਬ ਕਿ ਲਾਸ਼ਾਂ ਡੈਥਸ ਹੋਈਆਂ ਲੋਕਾਂ ਦੀਆਂ। ਤੇ ਇੱਕ ਮਿੰਟ ਯਾਰ, ਕਿੱਥੇ ਗਿਆ ਉਹ ਲਾਸ਼ਾਂ ਲੋਕਾਂ ਕੋਲੋਂ, ਮੀਨਸ ਆਪਣੇ ਨਹੀਂ ਸੀ ਅਫੋਰਡ ਹੁੰਦਾ ਉਹਨਾਂ ਦਾ ਸੰਸਕਾਰ ਕਰਨਾ, ਦਾਹ ਸੰਸਕਾਰ ਕਰਨਾ, ਉਹਨਾਂ ਨੂੰ ਉਹ ਲਾਸ਼ਾਂ ਰੋੜਨੀਆਂ ਪਈਆਂ ਗੰਗਾ ਦੇ ਵਿੱਚ। ਠੀਕ ਹੈ ਜੀ, ਇਹ ਇਮੇਜ ਹੈ ਇੰਡੀਆ ਦੀ ਸਾਰੇ ਪਾਸੇ। ਇੱਥੇ ਜੋ ਮਰਜ਼ੀ ਹੈ ਬੇਵਕੂਫ ਬਣਾਈ ਜਾਵੇ ਮੋਦੀ। BBC ਦੀ ਨਿਊਜ਼ ਆ, ਕੋਈ ਸੌਤਿਕ ਵਿਸ਼ਵਾਸ ਨਾਂ ਦਾ ਬੰਦਾ ਹੈਗਾ ਆ, ਤੇ ਇਹਦੇ ਚ COVID-19 ਇੰਡੀਆ ਐਕਸੈਸ ਡੈਥਸ ਕ੍ਰਾਸ 4 ਮਿਲੀਅਨ ਸੇਜ਼ ਸਟੱਡੀ, ਯਾਨੀ ਕਿ 4 ਮਿਲੀਅਨ, 1 ਮਿਲੀਅਨ 10 ਲੱਖ ਤੇ 40 ਲੱਖ। ਇਹ ਖਬਰ ਹੈਗੀ ਆ ਜੁਲਾਈ 20 ਦੀ, ਤੇ ਉਦੋਂ 4 ਲੱਖ ਦੇ ਕਰੀਬ ਸਰਕਾਰੀ ਅੰਕੜਾ ਸੀਗਾ ਇੰਡੀਆ ਦੀ ਸਰਕਾਰ ਦਾ, ਮੋਦੀ ਸਰਕਾਰ ਦਾ ਦਿੱਤਾ ਹੋਇਆ, ਤੇ ਅੱਜ ਇਹ 4 ਲੱਖ ਤੇ 55,000 ਦੇ ਕਰੀਬ ਹੈਗਾ। ਮਤਲਬ ਕਿ 45 ਲੱਖ, 45.5 ਲੱਖ ਦੇ ਕਰੀਬ ਆਪਾਂ ਲਾ ਕੇ ਚੱਲੀਏ ਜਿਹੜੀਆਂ ਡੈਥਸ ਹੋਈਆਂ ਨੇ। ਤੇ ਇੰਨਿਆਂ ਲੋਕਾਂ ਦੀ ਇਹ ਮੌਤ ਦੇ ਉੱਤੇ ਤੇ ਮੋਦੀ ਆਪਣੀ ਪਿੱਠ ਆਪੀ ਥਾਪੜ ਰਿਹਾ। ਸਾਰੀ ਦੁਨੀਆ ਨੇ ਤਮਾਸ਼ਾ ਵੇਖਿਆ ਆ। ਔਰ ਸਾਡਾ ਆਪ ਮੀਨਸ ਹੁਣ ਕਿਸੇ ਦਾ ਬਾਈ ਜੀ ਡੈਥਸ, ਮੇਰੀ ਰਿਸ਼ਤੇਦਾਰੀ ਥੋੜੀ ਦੂਰ ਦੀ ਆ, ਆਪਣੀ ਮੇਰੀ ਰਿਸ਼ਤੇਦਾਰੀ ਦੇ ਵਿੱਚ 2 ਬੰਦਿਆਂ ਦੀ ਡੈਥਸ ਹੋਈ ਹੈਗੀ ਇਹਦੇ ਕਰਕੇ ਜੀ, 2 ਬੰਦਿਆਂ ਦੀ ਕੋਵਿਡ ਕਰਕੇ ਜੀ। ਬਹੁਤ ਸਾਰੇ ਮੈਂ ਜਿਹੜੇ ਮੇਰੇ ਪਰਿਵਾਰਕ ਮੈਂਬਰ ਵੀ ਇੰਡੀਆ ਦੇ ਵਿੱਚ ਤੇ ਇੱਥੇ ਵੀ, ਉਹਨਾਂ ਨੂੰ ਕੋਵਿਡ ਹੋਇਆ ਆ, ਪਰ ਉਹ ਰਿਕਵਰ ਕਰ ਗਏ। ਡੈਥਸ ਤੁਸੀਂ ਆਲੇ ਦੁਆਲੇ ਹਿਸਾਬ ਆਪੇ ਹੀ ਲਾ ਲਓ। ਜਿਹੜਾ ਰਾਗੀ ਨਿਰਮਲ ਸਿੰਘ ਹੋਣੀ ਸੀ, ਉਹਨਾਂ ਦੀ ਤਾਂ ਪਹਿਲੀ ਵੇਵ ਦੇ ਵਿੱਚ ਡੈਥ ਹੋ ਗਈ ਸੀਗੀ, ਰਾਗੀ ਨਿਰਮਲ ਸਿੰਘ ਉਹਨਾਂ ਦੀ। ਇੱਕ ਕੋਈ ਸੱਜਣ ਸੀ ਬਲਦੇਵ ਸਿੰਘ, ਜਿਹੜਾ ਇਟਲੀ ਤੋਂ ਆਇਆ ਸੀ, ਉਹਦਾ ਬੜਾ ਜਲੂਸ ਕੱਢਿਆ ਸੀਗਾ ਇਹਨਾਂ ਨੇ ਵੀ ਇਹ ਬਾਹਰੋਂ ਲੈ ਆਇਆ ਜੀ, ਇਟਲੀ ਤੋਂ ਜਰਮਨੀ ਤੋਂ ਲੈ ਆਇਆ ਇਹ ਬਿਮਾਰੀ। ਤੇ ਮੋਦੀ ਉਹਨਾਂ ਨੂੰ ਇਹ ਆ ਵੀ ਇੰਡੀਆ ਕੋਲ ਬਹੁਤ ਟਾਈਮ ਸੀਗਾ ਜਿਹੜਾ ਇਹ ਕੋਵਿਡ ਹੈਗਾ ਆ ਇਹਦੇ ਨਾਲ, ਕਿਉਂਕਿ ਪਹਿਲੀ ਵੇਵ ਸੀ ਜਿਹੜੀ ਕੋਵਿਡ ਦੀ 2020 ਦੀ, ਉਹਦੇ ਵਿੱਚ ਇੰਡੀਆ ਦੇ ਉੱਤੇ ਕੋਈ ਜ਼ਿਆਦਾ ਨੁਕਸਾਨ ਨਹੀਂ ਸੀ ਉਹ ਕਰ ਸਕੀ ਉਹ ਵੇਵ, ਕਿਉਂਕਿ ਸ਼ੁਰੂ ਇਹ ਚਾਈਨਾ ਤੋਂ ਹੁੰਦਾ ਆ, ਚਾਈਨਾ ਤੋਂ ਫਿਰ ਇਟਲੀ, ਈਰਾਨ, ਹੌਲੀ ਹੌਲੀ ਯੂਰਪ, ਸਪੇਨ, ਫਿਰ ਨਾਰਥ ਅਮਰੀਕਾ 'ਚ ਵੀ ਆ ਜਾਂਦਾ ਆ। ਪਰ ਪਹਿਲੀ ਵੇਵ ਦੇ ਵਿੱਚ ਜਿਹੜੇ ਇੰਡੀਆ ਵਰਗੇ ਕੰਟਰੀ ਦੇ ਵਿੱਚ ਇਹਦਾ ਇਹਦਾ ਮਤਲਬ ਕਿ ਬਹੁਤ ਘੱਟ ਅਸਰ ਸੀਗਾ। ਜਿਹੜੀ ਇੰਡੀਆ ਨੂੰ ਤਿਆਰੀ ਕਰਨ ਦੀ ਕੋਵਿਡ ਦੇ ਖਿਲਾਫ ਅਗਰ ਦੂਜੀ ਵੇਵ ਆ ਜਾਂਦੀ ਹੈ ਤਾਂ ਵਾਧੂ ਟਾਈਮ ਸੀਗਾ ਜੀ, ਪਰ ਉਹ ਟਾਈਮ ਖੁੰਝਾਇਆ ਜੀ ਮੋਦੀ ਉਹਨਾਂ ਨੇ, ਬਿਲਕੁਲ ਬੁਰੀ ਤਰ੍ਹਾਂ ਖੁੰਝਾਇਆ ਉਹ ਟਾਈਮ। ਦੂਜੀ ਖਬਰ ਜਿਹੜਾ ਕਹਿੰਦਾ ਵੀ ਇੰਡੀਆ ਦੀ ਇਮੇਜ ਬਣੀ ਹੈਗੀ ਆ, ਮੈਂ ਲੈ ਕੇ ਆਵਾਂ ਉਹਨੂੰ ਵੀ ਇਹਦੇ ਤੇ ਇਹ ਵੀ ਖਬਰ ਹੈਗੀ ਆ। ਲਓ ਜੀ, ਇਹ ਖਬਰ BBC ਦੀ ਹੀ ਖਬਰ ਆ। ਗੀਤਾ ਪਾਂਡੇ ਨਾਮ ਦੀ ਕਿਸੇ ਪੱਤਰਕਾਰ ਨੇ ਇਹ 19 ਮਈ ਨੂੰ ਰਿਪੋਰਟਿੰਗ ਕੀਤੀ ਹੈ। COVID-19 ਇੰਡੀਆਜ਼ ਹੋਲੀਐਸਟ ਰਿਵਰ ਇਜ਼ ਸਵੋਲਨ ਵਿਦ ਬੋਡੀਜ਼, ਜਿਹੜੀ ਇੰਡੀਆ ਦੀ ਕਹ ਲਓ ਵੀ ਪਵਿੱਤਰ ਨਦੀ ਹੈਗੀ ਆ ਹਿੰਦੂਆਂ ਦੇ ਵਾਸਤੇ, ਸਨਾਤਨ ਮਤ ਵਾਸਤੇ, ਉਹ ਸਵੋਲਨ ਵਿਦ ਬੋਡੀਜ਼, ਡੈਡ ਬੋਡੀਜ਼ ਦੇ ਨਾਲ ਉਹ ਭਰੀ ਪਈ ਸੀ, ਔਰ ਭਰੀ ਹੈ ਜੀ। ਇਹ ਸਾਰੀ ਦੁਨੀਆ ਦੇ ਵਿੱਚ ਇਹਦੇ ਚਰਚੇ ਹੋਏ ਨੇ। ਤੇ ਨਿਊਯਾਰਕ ਦੇ ਜਿਹੜੇ ਨਿਊਯਾਰਕ ਟਾਈਮਸ ਨੂੰ ਮੈਂ ਕਾਫੀ ਫੋਲੋ ਕਰਦਾ, ਖਬਰਾਂ ਛਪੀਆਂ, ਹੋਰ ਅਖਬਾਰਾਂ 'ਚ ਵੀ ਖਬਰਾਂ ਛਪੀਆਂ। ਤੇ ਆਹ ਤੁਹਾਡੀ ਜਿਹੜੀ ਆਪਾਂ ਨੂੰ ਸਭ ਨੂੰ ਪਤਾ ਹੈ ਝੂਠ ਬਣਾਇਆ ਜਾ ਰਿਹਾ ਜੀ, ਇਹਦੇ ਵਿੱਚ ਬੇਵਕੂਫ ਬਣਾਇਆ ਜਾ ਰਿਹਾ ਆ। ਜਿਹੜੇ ਲੋਕਾਂ ਨੇ ਯੂਪੀ ਦੇ ਵਿੱਚ ਬਹੁਤ ਨੁਕਸਾਨ ਹੋਇਆ ਦੋਸਤੋ, ਯੂਪੀ ਤੇ ਬਿਹਾਰ ਦੇ ਵਿੱਚ ਗਰੀਬ ਸੂਬੇ ਨੇ, ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਆ, ਸਰਕਾਰਾਂ ਨਕਮੀਆਂ ਨੇ,
ਤੇ ਲੋਕਾਂ ਦਾ ਆ ਤੁਹਾਡੇ ਸਾਹਮਣੇ ਆ, ਗੰਗਾ ਦੇ ਕਿਨਾਰੇ ਲੋਕਾਂ ਨੇ ਮੀਨਸ ਰੇਤਾ ਸੀਗਾ ਆਲੇ ਦੁਆਲੇ ਤੇ ਉਹਦੇ ਵਿੱਚ ਲਾਸ਼ਾਂ ਦੱਬੀਆਂ। ਤੇ ਮਈ ਚ ਹਲੇ ਜਦੋਂ ਫਿਰ ਅੱਗੋਂ ਗਰਮੀ ਜਿਉਂ-ਜਿਉਂ ਵੱਧਦੀ ਆ, ਪਹਾੜਾਂ 'ਚ ਬਰਫ਼ ਪਿਘਲਦੀ ਆ ਤੇ ਪਾਣੀ ਦਾ ਫਲੋ ਗਰਮੀਆਂ 'ਚ ਵੱਧ ਜਾਂਦਾ ਆ, ਠੀਕ ਹੈ ਜੀ। ਤੇ ਉਹਦੇ ਨਾਲ ਉਹ ਦੱਬੀਆਂ ਹੋਈਆਂ ਲਾਸ਼ਾਂ ਜਦੋਂ ਪਾਣੀ ਲੰਘਿਆ ਰੇਤੇ ਦੇ ਉੱਪਰੋਂ ਤੇ ਉਹ ਬਾਹਰ ਨਿਕਲੇ ਗਏ ਜੀ। ਲੋਕਾਂ ਨੂੰ ਸੁੱਟਣ ਵਾਸਤੇ ਮਜਬੂਰ ਹੋਣਾ ਪਿਆ। ਆ ਇੰਡੀਆ ਦੀ ਇਮੇਜ ਹੈਗੀ ਆ ਸਾਰੇ ਪਾਸੇ ਤੇ ਮੋਦੀ ਸਰਕਾਰ ਦੀ ਇਹ ਆਪਣੇ ਪਰਫਾਰਮੈਂਸ ਹੈ ਜੀ। ਇੱਕ ਮੈਂ ਖਬਰ ਇੱਥੇ ਬੜੀ ਸੋਹਣੀ ਖਬਰ ਹੈ, ਉਹ ਅਗਰ ਮੈਨੂੰ ਲੱਭ ਜਾਵੇ, ਮੈਂ ਹਾਈਲਾਈਟ ਕੀਤੀ ਸੀ ਪਰ ਉਹ ਦੂਜੇ ਕੰਪਿਊਟਰ ਤੇ ਕੀਤੀ ਸੀਗੀ। ਇਹਦੇ ਚੋਂ ਖਬਰ ਇਹ ਹੈਗੀ ਆ, ਵਾਰਾਣਸੀ ਦੀ ਖਬਰ ਹੈ ਕਿ ਯੂਪੀ ਦੀ ਖਬਰ ਆ, ਲਖਨਊ ਦੀ ਖਬਰ ਹੈ ਸ਼ਾਇਦ, ਇੱਕ ਮਿੰਟ। ਉਹਦੇ 'ਚ ਸਰਕਾਰੀ ਅੰਕੜਾ ਜਿਹੜਾ ਹੈਗਾ ਆ ਉਹ ਸ਼ੋਅ ਕਰ ਰਿਹਾ ਹੈਗਾ ਵੀ ਕਿੰਨੀਆਂ ਡੈਥਸ ਹੋਈਆਂ, 196। ਮੈਨੂੰ ਲੱਭ ਲੈਣ ਦਿਓ ਯਾਰ ਉਹ ਖਬਰ, ਮੈਨੂੰ ਸਕਰੀਨਸ਼ਾਟ ਲੈ ਲੈਣਾ ਚਾਹੀਦਾ ਸੀਗਾ ਉਹਦਾ। ਆ ਲਓ ਜੀ, ਆ ਤੁਹਾਡੀ ਖਬਰ ਹੈਗੀ ਆ, BBC ਵਾਲੀ ਉਹ ਖਬਰ ਹੈਗੀ ਆ ਵੀ ਆ ਜਿਹੜੀ ਨਦੀ ਦੇ ਵਿੱਚ ਇਹਨਾਂ ਨੇ ਲਾਸ਼ਾਂ ਸੁੱਟੀਆਂ, ਉਹਦੇ 'ਚ ਜਿਹੜਾ ਅੰਕੜਾ ਲੱਭਿਆ ਉਹਨੇ, what is rare is that so many are turning up in such a short time and so many places along the river bank. A journalist in Kanpur told BBC the corpses were evidence of the massive discrepancy between, ਇੱਕ ਪੱਤਰਕਾਰ ਦੀ ਇਹ ਯਾਨੀ ਕਿ ਰਿਪੋਰਟ ਆ, BBC ਦੇ ਨਾਲ ਉਹਨੇ ਗੱਲਬਾਤ ਕੀਤੀ ਆ ਵੀ ਇਹਦੇ ਵਿੱਚ ਜਿਹੜਾ ਆਫੀਸ਼ੀਅਲ ਨੰਬਰ ਆ, ਸਰਕਾਰੀ ਨੰਬਰ ਆ ਵੀ ਕਿੰਨੀਆਂ ਡੈਥਸ ਹੋਈਆਂ, ਤੇ ਅਸਲੀ ਨੰਬਰ ਆ ਇਹਦੇ ਵਿੱਚ ਬਹੁਤ ਵੱਡਾ ਫਰਕ ਆ। ਆ ਫਰਕ ਤੁਹਾਡੇ ਸਾਹਮਣੇ ਆ ਜੀ। He said officially 196 people had died from virus in ਕਾਨਪੁਰ ਸ਼ਹਿਰ ਦੀ ਖਬਰ ਹੈ ਜੀ। ਬਿਟਵੀਨ 16 ਅਪ੍ਰੈਲ ਤੇ 5 ਮਈ, 16 ਅਪ੍ਰੈਲ ਤੇ 5 ਮਈ 20 ਦਿਨ ਨੇ ਪੂਰੇ ਜੀ, 16 ਤੋਂ 26, 26 ਤੋਂ 5, ਪੂਰੇ 20 ਦਿਨ। 20 ਦਿਨਾਂ ਦੇ ਵਿੱਚ ਆਹ ਖਬਰ ਦੇਖ ਲਓ, ਜਿਵੇਂ ਕਹਿੰਦੇ ਆ ਨਾ ਵੀ ਆਪਾਂ ਦਾਲ ਬਣਨੀ ਹੋਈ ਧਰੀ ਹੈ, ਇਹ ਚੌਲ ਉਬਲਣੇ ਧਰੇ ਨੇ ਤੇ ਇੱਕ ਦਾਣਾ ਚੁੱਕ ਕੇ ਵੇਖ ਲਿਓ ਵੀ ਦਾਲ ਗਲ ਗਈ ਕਿ ਨਹੀਂ, ਬਾਕੀ ਸਾਰੇ ਦਾਣੇ, ਤੇ ਉਹ ਆਈਡੀਆ ਤੁਹਾਨੂੰ ਦੇ ਦਿੰਦਾ। ਤੇ ਇੱਥੋਂ ਤੁਸੀਂ ਆਈਡੀਆ ਲਾ ਲਓ ਮੋਦੀ ਦੀ ਝੂਠ ਦਾ। ਕਾਨਪੁਰ ਸ਼ਹਿਰ ਦੇ ਵਿੱਚ ਕਿਉਂਕਿ ਇਹ ਤਾਂ ਅੰਕੜਾ ਰਜਿਸਟਰ ਹੋ ਗਿਆ ਨਾ ਵੀ 16 ਅਪ੍ਰੈਲ ਤੋਂ ਲੈ ਕੇ ਤੇ 5 ਮਈ 2021 ਦੇ ਜਿਹੜੇ ਇਹ ਸਮੇਂ ਦੇ ਦੌਰਾਨ 20 ਦਿਨ ਨੇ, ਸਰਕਾਰੀ ਅੰਕੜਾ ਕਹਿੰਦਾ ਵੀ 196 ਬੰਦਿਆਂ ਦੀ ਡੈਥ ਹੋਈ। ਪਰ ਇਸ ਰਿਪੋਰਟਰ ਨੇ ਯਾਨੀ ਕਿ ਕੰਮ ਕੀਤਾ ਤੇ 7 ਕ੍ਰੀਮੇਟੋਰੀਅਮਸ ਜਿਹੜੇ 7 ਹੈਗੇ ਨੇ ਆਹ ਸ਼ਮਸ਼ਾਨ ਘਾਟਾਂ ਤੇ ਜਾ ਕੇ ਉਹਨੇ ਜਦੋਂ ਨੰਬਰ ਇਕੱਠਾ ਕੀਤਾ ਤੇ ਨੰਬਰ ਆਇਆ ਬਾਈ ਜੀ 8000 ਕ੍ਰੀਮੇਸ਼ਨਸ ਹੋਈਆਂ ਨੇ ਇਸ ਸਮੇਂ ਦੇ ਦੌਰਾਨ, ਜਿਹੜੀਆਂ ਕਿ ਸਰਕਾਰ 196 ਦੱਸ ਰਹੀ ਹੈ। ਸੋ ਨਿਰਾ ਝੂਠ ਹੈ, ਮੈਂ ਇਹ ਤੋਂ ਜ਼ਿਆਦਾ ਅੱਗੇ ਨਹੀਂ ਇਹਨੂੰ ਖਿੱਚਦਾ। ਨਿਰਾ ਝੂਠ ਹੈ, ਬੇਵਕੂਫ ਬਣਾਇਆ ਜਾ ਰਿਹਾ ਹੈ ਤੇ ਇਸ ਬੇਵਕੂਫ ਬਣਨ ਤੋਂ ਸੰਕੋਚ ਕਰਨਾ ਚਾਹੀਦਾ। ਜਿਹੜੇ ਅੰਧ ਭਗਤ ਨੇ ਠੀਕ ਹੈ, ਵੈਲ ਐਂਡ ਗੁੱਡ, ਤੁਸੀਂ ਨਹੀਂ ਹਟਣਾ ਹੈਗਾ, ਤੁਸੀਂ ਕਰੋ ਸਪੋਰਟ ਜੀ ਮੋਦੀ ਨੂੰ ਪੂਰੀ। ਪਰ ਸਰਕਾਰ ਨੂੰ ਇਹ ਜੋ ਜਿਵੇਂ ਸਰਕਾਰ ਨੇ ਹੈਂਡਲ ਕੀਤਾ ਬਾਈ ਜੀ, ਕੋਵਿਡ ਦੇ ਨਾਲ ਤਾਂ ਡੈਥਸ ਚਲੋ ਸਾਰੀ ਦੁਨੀਆ 'ਚ ਹੋਈਆਂ, ਕਿਤੇ ਵੱਧ ਹੋ ਗਈਆਂ ਜਿੱਥੇ ਮੋਦੀ ਵਰਗੀ ਸਰਕਾਰ ਨਹੀਂ ਹੈਂਡਲ ਕਰ ਸਕੀ, ਕਿਤੇ ਘੱਟ ਹੋਈਆਂ। ਨਿਊਯਾਰਕ ਦੇ ਵਿੱਚ ਬਹੁਤ ਸਾਰੀਆਂ ਡੈਥਸ ਹੋਈਆਂ ਨੇ, ਮੀਨਸ ਇੱਥੇ ਅਮਰੀਕਾ ਦੇ ਵਿੱਚ। ਕੈਨੇਡਾ ਨੇ ਵੀ ਸ਼ੁਰੂ ਦੇ ਵਿੱਚ ਇਹਨੂੰ ਲਾਈਟਲੀ ਲਿਆ ਸੀਗਾ ਤੇ ਜਿਹੜੇ 올ਡ ਜਾਨੀ ਰਿਟਾਇਰਮੈਂਟ ਜਿਹੜੇ ਹੋਮਸ ਨੇ ਉੱਥੇ ਡੈਥਸ ਕਾਫੀ ਜ਼ਿਆਦਾ ਹੋਈਆਂ ਸੀ ਕੈਨੇਡਾ 'ਚ ਪਹਿਲੀ ਵੇਵ ਦੇ ਵਿੱਚ। ਪਰ ਉਹ ਨਾਲ ਦੀ ਨਾਲ ਉਹਨਾਂ ਨੇ ਆਪਣੀ ਗਲਤੀ ਰਿਅਲਾਈਜ਼ ਕੀਤੀ ਤੇ ਉਹਨਾਂ ਨੇ ਜਿਹੜੇ ਟਾਈਟ ਕੀਤੇ ਆਪਣੇ ਇਹਨੂੰ ਕੰਟਰੋਲ ਕਰਨ ਦੇ ਮੇਜਰਸ। ਤੇ ਦੂਜੀ ਵੇਵ ਜਾਨੀ ਪਹਿਲੀ ਵੇਵ ਦੇ ਦੌਰਾਨ ਹੀ ਉਹ ਸਮਝ ਗਏ ਸੀਗੇ ਵੀ ਅਸੀਂ ਗਲਤੀ ਕੀਤੀ ਹੈ, ਇਹਨੂੰ ਜਿਹੜਾ ਇੰਟਰਨੈਸ਼ਨਲ ਫਲਾਈਟਸ ਵਗੈਰਾ ਵੀ ਅਲਾਉ ਕਰਦੇ ਰਹੇ ਨੇ ਇਹ, ਉਹ ਪਹਿਲਾਂ ਬੰਦ ਕਰਨੀਆਂ ਚਾਹੀਦੀਆਂ ਸੀ, ਠੀਕ ਹੈ ਜੀ। ਲੋਕਾਂ ਤੇ ਰਿਸਟ੍ਰਿਕਸ਼ਨਸ ਲਾਈਆਂ, ਜਾਨੀ 6 ਫੁੱਟ ਦਾ ਡਿਸਟੈਂਸ, ਤੇ ਪਲਾਜ਼ੇ ਇਹਨਾਂ ਨੇ ਖਾਲੀ ਕਰਵਾਤੇ, ਬੰਦ ਕਰਵਾਤੇ, ਲੋਕਡਾਊਨ ਵੀ ਲੱਗਿਆ, ਠੀਕ ਹੈ ਜੀ। ਪਰ ਸਾਡੇ ਮੁਲਕ ਦੇ ਵਿੱਚ ਇਹੋ ਜਿਹਾ ਕੱਖ ਨਹੀਂ ਹੋਇਆ। ਤੇ ਮੈਂ ਅੱਗੇ ਇਹਨੂੰ ਚਲਾਵਾਂ। भारत के वैक्सीनेशन प्रोग्राम की तुलना दुनिया के दूसरे देशों से कर रहे हैं। भारत ने जिस तेजी से 100 करोड़ का 1 बिलियन का आंकड़ा पार किया है, उसकी सराहना भी हो रही। ਕੁਛ ਨਹੀਂ ਹੋ ਰਿਹਾ, ਕਿਤੇ ਕੋਈ ਸਰਾਹਨਾ ਨਹੀਂ ਹੋ ਰਹੀ। ਇੰਡੀਆ ਦੇ ਹਾਲਾਤ ਤੁਹਾਨੂੰ ਮੈਂ ਦੱਸ ਦਿੰਦਾ ਵੀ ਪਹਿਲੀ ਵੇਵ ਪਿਛਲੇ ਸਾਲ ਦੇ ਵਿੱਚ ਇੰਡੀਆ ਬਿਲਕੁਲ ਨਿਸ਼ਚਿੰਤ ਹੋ ਕੇ ਤਮਾਸ਼ਾ ਦੇਖਦਾ ਰਿਹਾ ਵੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ। ਜਿਹੜੇ ਕੋਵਿਡ ਵੈਕਸੀਨ ਤੇ 5-6 ਕੰਪਨੀਆਂ ਸੀਗੀਆਂ ਜਿਨ੍ਹਾਂ ਨੇ ਰਿਸਰਚ ਸ਼ੁਰੂ ਕਰਤੀ ਸੀ, ਤੇ ਉਹਦੇ ਵਿੱਚੋਂ ਫਾਈਜ਼ਰ ਅਮਰੀਕਾ ਦੀ ਕੰਪਨੀ ਸੀ, ਐਸਟਰਾਜ਼ੈਨੇਕਾ ਕੰਪਨੀ ਸੀਗੀ ਤੁਹਾਡੀ ਸਵੀਡਿਸ਼ ਕੰਪਨੀ, ਤੇ ਇੰਗਲੈਂਡ ਦੀ ਜਿਹੜੀ ਆਕਸਫੋਰਡ ਯੂਨੀਵਰਸਿਟੀ ਆ ਉਹਨਾਂ ਨੇ ਮਿਲ ਕੇ ਰਿਸਰਚ ਕਰਕੇ ਇੱਕ ਵੈਕਸੀਨ ਬਣਾਇਆ ਜਿਹਨੂੰ ਐਸਟਰਾਜ਼ੈਨੇਕਾ ਕਹਿੰਦੇ ਨੇ, ਠੀਕ ਹੈ ਜੀ। ਐਸਟਰਾਜ਼ੈਨੇਕਾ ਨੇ ਇਹਨੇ ਖੋਜ ਕੀਤੀ ਆਕਸਫੋਰਡ ਤੇ, ਜਾਨੀ ਖੋਜ ਇਹਨਾਂ 2 ਕੰਟਰੀਆਂ ਨੇ ਕੀਤੀ, ਇੰਗਲੈਂਡ ਨੇ ਤੇ ਸਵੀਡਨ ਨੇ।
ਜਿਹੜੀ ਖੋਜ ਕਰਕੇ ਉਹਨਾਂ ਦਾ ਵੈਕਸੀਨ ਜਿਹੜਾ ਫਾਰਮੂਲਾ ਉਹਨਾਂ ਨੇ ਤਿਆਰ ਕੀਤਾ, ਉਹਦੀ ਜਿਹੜੀ ਹੁਣ ਮੈਨੂਫੈਕਚਰਿੰਗ ਆ ਉਹ ਉਹਨਾਂ ਨੇ ਇੰਡੀਆ ਦਾ ਜਿਹੜਾ ਸੀਰਮ ਇੰਸਟੀਚਿਊਟ ਆਫ ਇੰਡੀਆ ਹੈਗਾ ਆ, ਆਧਾਰ ਪੂਨੇਵਾਲਾ ਉਹਦਾ CEO ਹੈਗਾ ਅੱਜ ਦੀ ਡੇਟ ਦੇ ਵਿੱਚ, ਉਹਨੇ ਆਪਣੀ ਮੈਨੂਫੈਕਚਰਿੰਗ ਇਹਨੂੰ ਦੇ ਦਿੱਤੀ SII ਨੂੰ, ਸੀਰਮ ਇੰਸਟੀਚਿਊਟ ਆਫ ਇੰਡੀਆ। ਠੀਕ ਹੈ ਜੀ, ਕਿਉਂਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਪੈਦਾ ਕਰਨ ਵਾਲੀ, ਮੈਨੂਫੈਕਚਰ ਕਰਨ ਵਾਲੀ ਉਹ ਕੰਪਨੀ ਆ, ਇਨਵੈਂਟ ਕਰਨ ਵਾਲੀ ਕੰਪਨੀ ਨਹੀਂ ਹੈਗੀ ਉਹ। ਇਨਵੈਂਸ਼ਨ ਦੋ ਕੰਟਰੀਆਂ ਨੇ ਮਿਲ ਕੇ ਕੀਤੀ ਹੈ ਤੇ ਉਹਦੀ ਮੈਨੂਫੈਕਚਰਿੰਗ ਇੰਡੀਆ 'ਚ ਹੋ ਰਹੀ ਹੈ, ਔਰ ਉਹ ਬਹੁਤ ਵੱਡਾ, ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਪੈਦਾ ਕਰਨ ਵਾਲਾ ਉਹ ਇੰਸਟੀਚਿਊਟ ਹੈਗਾ ਜੀ। ਮੈਨੂੰ ਵੀ ਨਹੀਂ ਸੀ ਪਤਾ ਉਹਦੇ ਬਾਰੇ ਜ਼ਿਆਦਾ, ਮੈਂ ਵੀ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਨਾਮ ਪੜ੍ਹ ਕੇ ਤੇ ਉਹਨੂੰ ਸਮਝਦਾ ਸੀਗਾ ਵੀ ਇਹ ਸ਼ਾਇਦ ਸਰਕਾਰੀ ਅਦਾਰਾ ਆ, ਪਰ ਉਹ ਪ੍ਰਾਈਵੇਟ ਕਿਸੇ ਬੰਦੇ ਨੇ 1906ਵਾਂ ਦਹਾਕਾ ਸੀਗਾ ਜਿਹੜਾ 20ਵੀਂ ਸਦੀ ਦਾ, 1960 ਵਾਲੇ ਦਹਾਕੇ ਦੇ ਵਿੱਚ ਆ ਜਿਹੜਾ ਆਧਾਰ ਪੂਨੇਵਾਲਾ ਉਹਦਾ CEO ਆ, ਇਹਦੇ ਫਾਦਰ ਨੇ ਉਹ ਸ਼ੁਰੂ ਕੀਤੀ ਸੀ ਕੰਪਨੀ। ਠੀਕ ਹੈ ਜੀ, ਉਹਨੇ ਉਸ ਕੰਪਨੀ ਨੇ ਜਦੋਂ ਵੈਕਸੀਨ ਮੈਨੂਫੈਕਚਰਿੰਗ ਅਕਤੂਬਰ ਨਵੰਬਰ ਪਿਛਲੇ ਸਾਲ ਸ਼ੁਰੂ ਕਰਤੇ, ਇੰਡੀਆ ਨੇ ਉਹਨੂੰ ਕੋਈ ਆਰਡਰ ਨਹੀਂ ਦਿੱਤਾ ਜੀ। ਇੰਡੀਆ ਦੀ ਸਰਕਾਰ ਨੇ ਉਸ ਕੰਪਨੀ ਨੂੰ ਕੋਈ ਆਰਡਰ ਨਹੀਂ ਦਿੱਤਾ। ਪਿਛਲੇ ਸਾਲ ਨਵੰਬਰ ਦੇ ਵਿੱਚ, ਅਕਤੂਬਰ ਦੇ ਐਂਡ ਦੇ ਵਿੱਚ ਆਰਡਰ ਦੇਣੇ ਅਲੱਗ-ਅਲੱਗ ਕੰਟਰੀਆਂ ਨੇ ਸ਼ੁਰੂ ਕਰਤੇ ਸੀ ਐਸਟਰਾਜ਼ੈਨੇਕਾ ਨੂੰ, ਉਹਨੂੰ SSI ਨੂੰ, ਸੀਰਮ ਇੰਸਟੀਚਿਊਟ ਆਫ ਇੰਡੀਆ। ਹੁਣ ਜਿਵੇਂ ਜਿਵੇਂ ਆਰਡਰ ਆਈ ਗਿਆ ਉਹ ਬੁੱਕ ਕਰੀ ਗਿਆ, ਤੇ ਇੰਡੀਆ ਨੇ ਆਰਡਰ ਪਤਾ ਕਦੋਂ ਦਿੱਤਾ ਜੀ? ਪਹਿਲਾ ਆਰਡਰ ਜਨਵਰੀ ਅੱਧ ਦੇ ਵਿੱਚ, ਜਿਹੜਾ 2021 ਦੇ ਅੱਧ ਦੇ ਵਿੱਚ ਆਰਡਰ ਦਿੱਤਾ, ਉਹ ਵੀ ਸਿਰਫ 1 ਕਰੋੜ ਤੇ 20 ਲੱਖ ਵੈਕਸੀਨ ਦਾ। ਤੇ ਤੁਸੀਂ ਹਿਸਾਬ ਲਾ ਲਓ ਤੇ ਵੀ 95 ਕਰੋੜ ਲੋਕੀ ਨੇ ਕੁਆਲੀਫਾਈ ਕਰਦੇ ਨੇ ਇੰਡੀਆ ਦੇ, ਜਿਹੜੇ 12 ਸਾਲ ਤੋਂ ਉੱਤੇ ਨੇ, ਤੇ 2 ਵੈਕਸੀਨ ਲੱਗਣੇ ਨੇ ਹਰੇਕ ਬੰਦੇ ਨੂੰ, ਤੇ 190 ਕਰੋੜ ਵੈਕਸੀਨ ਜਿਹੜੇ ਸੀਗੇ, ਇਹ ਟੀਚਾ ਸੀਗਾ ਇੰਡੀਆ ਦਾ। ਜਦੋਂ ਵੈਕਸੀਨ ਅਪਰੂਵ ਹੋ ਗਿਆ, ਰਾਈਟ ਵੇ ਮੋਦੀ ਸਰਕਾਰ ਨੂੰ ਇਹ ਟੀਚਾ ਹਾਸਲ ਕਰਨ ਵਾਸਤੇ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਸੀਗਾ, ਕਿਉਂਕਿ ਸਭ ਤੋਂ ਸਸਤਾ ਵੈਕਸੀਨ ਇਹੀ ਆ, ਜਿਹੜਾ ਫਾਈਜ਼ਰ ਵਾਲਾ ਸਭ ਤੋਂ ਮਹਿੰਗਾ ਆ, ਐਸਟਰਾਜ਼ੈਨੇਕਾ ਵਾਲਾ, ਔਰ ਜਿਹਦੀ ਇੰਡੀਆ ਦੇ ਵਿੱਚ ਪ੍ਰੋਡਕਸ਼ਨ ਹੋ ਰਹੀ ਆ। ਠੀਕ ਹੈ ਜੀ, ਉਹ ਇਹ ਜਨਵਰੀ ਮਹੀਨੇ ਦੇ ਵਿੱਚ ਆ ਕੇ ਮੋਦੀ ਸਰਕਾਰ 1 ਕਰੋੜ 20 ਲੱਖ ਦਾ ਆਰਡਰ ਉਹਨਾਂ ਨੂੰ ਦਿੰਦੀ ਹੈ, ਪਰ ਉਹਨਾਂ ਕੋਲ ਆਰਡਰ ਆਉਣੇ ਅਕਤੂਬਰ ਦੇ ਐਂਡ ਦੇ ਵਿੱਚ 2020 ਦੇ ਵਿੱਚ, ਤੇ ਨਵੰਬਰ ਦਸੰਬਰ ਜਨਵਰੀ ਉਹ ਆਰਡਰ ਲੈਂਦੇ ਗਏ ਨੇ। ਇਹ ਸਿਰਫ ਇੱਥੇ ਝੂਠ ਬੋਲ ਰਿਹਾ ਵੀ ਟੀਚਾ ਬਹੁਤ ਵੱਡਾ ਹੈਗਾ ਹੈ। ਹਲੇ ਵੀ ਕੋਈ ਇਹਦੀਆਂ ਗੱਪਾਂ ਨੇ, ਕਿਸੇ ਕੋਲ ਕੋਈ ਫਿਗਰ ਨਹੀਂ ਹੈਗੀ। ਚਲੋ ਮੰਨ ਵੀ ਲਿਆ 100 ਕਰੋੜ ਦਾ ਜਿਹੜਾ ਇਹ ਟੀਚਾ ਆ, ਟੀਚਾ 100 ਕਰੋੜ ਕਿਉਂ ਹੋਣਾ ਚਾਹੀਦਾ? ਵੀ ਤੇਰਾ ਟੀਚਾ ਹੋਣਾ ਚਾਹੀਦਾ 190 ਕਰੋੜ। ਜਿਹੜਾ ਟੀਚਾ 190 ਕਰੋੜ ਦਾ ਹੋਣਾ ਚਾਹੀਦਾ ਆ ਵੀ ਹਰੇਕ ਬੰਦੇ ਨੂੰ 2 ਵੈਕਸੀਨ ਲੱਗਣੇ ਨੇ, ਤੇ 95 ਕਰੋੜ ਲੋਕੀ ਕੁਆਲੀਫਾਈ ਕਰਦੇ ਨੇ, ਤੇ ਤੂੰ ਇਹਦਾ ਮਤਲਬ ਜੇ 100 ਕਰੋੜ ਵੈਕਸੀਨ ਲਾ ਵੀ ਦਿੱਤਾ ਇਹਨੇ ਤੇ ਇੱਕ ਬੰਦੇ ਨੂੰ 2 ਵੈਕਸੀਨ ਲੱਗ ਗਏ, ਤਾਂ 50 ਕਰੋੜ ਬੰਦਿਆਂ ਨੂੰ ਇਹ ਵੈਕਸੀਨੇਸ਼ਨ ਕਰ ਸਕੀ ਹੈ ਇੰਡੀਆ। ਤੇ ਇਹਦੇ ਵਿੱਚ ਸ਼ਾਬਾਸ਼ੀ ਲੈਣ ਦੀ ਕਿਹੜੀ ਗੱਲ ਆ? निरा झूठ बोलिया जा रहा है। लेकिन इस विश्लेषण में एक बात अक्सर छूट जाती है। अच्छा, कि हमने ये शुरुआत कहां से की? शुरुआत ਇਹ ਮੈਂ ਹੋਰ ਐਡ ਆਨ ਕਰਦੇ ਹਾਂ ਵੀ ਅਸੀਂ ਸ਼ੁਰੂਆਤ ਵੈਕਸੀਨ ਦੀ ਕਿੱਥੋਂ ਕੀਤੀ, ਤੁਹਾਨੂੰ ਮੈਂ ਦੱਸੇ ਦਿੱਤਾ ਹੈ ਦੋਸਤੋ। ਸ਼ੁਰੂਆਤ ਐਸੇ ਸਾਲ ਜਨਵਰੀ 28 ਦੀ ਗੱਲ ਹੈਗੀ ਹੈ। ਵਰਲਡ ਇਕਨੋਮਿਕ ਫੋਰਮ ਨਾਂ ਦਾ ਇੱਕ ਮਨੇ ਕਿ ਇਕਨੋਮੀ ਬੇਸਡ ਕੋਈ ਫੋਰਮ ਹੈਗਾ, ਜਿੱਥੇ ਵੈਸੇ ਤਾਂ ਇਕੱਠੇ ਹੋ ਕੇ ਇਹ ਪ੍ਰਧਾਨ ਮੰਤਰੀ ਵੱਖ-ਵੱਖ ਕੰਟਰੀਆਂ ਦੇ ਜਿਹੜੇ ਮੁਖੀ ਨੇ ਉਹ ਉਹਦੇ 'ਚ ਮਿਲਦੇ ਹੋਣਗੇ, ਪਰ ਇਸ ਵਾਰੀ ਵੈਬੀਨਾਰ ਸੀਗਾ ਉਹ, ਜਾਣੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਉਹਦੇ 'ਚ ਗੱਲਬਾਤ ਹੁੰਦੀ ਹੈ ਵਰਲਡ ਇਕਨੋਮਿਕ ਫੋਰਮ ਦੇ ਵਿੱਚ। ਤੇ ਉਹਦੇ ਵਿੱਚ ਮੋਦੀ ਨੇ ਰੱਜ ਕੇ ਗੱਪਾਂ ਮਾਰੀਆਂ ਨੇ ਵੀ ਅਸੀਂ ਵੈਕਸੀਨ ਨੂੰ ਕਾਬੂ ਕਰ ਲਿਆ ਜੀ, ਇਹਨੂੰ ਵਾਇਰਸ ਨੂੰ ਇੰਡੀਆ ਦੇ ਵਿੱਚ ਕਾਬੂ ਕਰ ਲਿਆ, ਵਿਸ਼ਵ ਗੁਰੂ ਬਣਾ ਕੇ ਪੇਸ਼ ਕੀਤਾ ਇਹਨੇ। ਨਿਰੀਆਂ ਗੱਪਾਂ ਉਹਦੇ ਵਿੱਚ ਨੇ, ਤੇ ਇਹ ਗੱਲ ਕਰ ਰਿਹਾ ਇੱਥੇ ਵੀ ਸ਼ੁਰੂਆਤ ਕਦੋਂ ਕੀਤੀ ਹੈ ਇੰਡੀਆ ਨੇ। ਝੂਠ ਬੋਲਿਆ, ਸਵਾਦ ही खे शुरुआत की है। दुनिया के दूसरे बड़े देशों के लिए वैक्सीन पर रिसर्च करना, वैक्सीन खोजना, इसमें दशकों से उनकी महारत है, एक्सपर्टाइज थी। भारत अधिकतर इन देशों की बनाई वैक्सीनेशन पर ही निर्भर रहता, हम बाहर से मंगवाते थे। इसी वजह से जब 100 साल की सबसे बड़ी महामारी आई तो भारत पर सवाल उठने लगे, क्या भारत ਇਹ ਕਹਿ ਰਿਹਾ ਵੀ ਵੈਕਸੀਨ ਮੇਡ ਇਨ ਇੰਡੀਆ ਦੇ ਵੈਕਸੀਨ ਨੇ ਵੀ ਇਹ ਮੇਡ ਇਨ ਇੰਡੀਆ ਜ਼ਰੂਰ ਹੈਗੇ ਨੇ। ਤੁਹਾਨੂੰ ਮੈਂ ਕਲੀਅਰ ਕਰ ਚੁੱਕਿਆ ਹਾਂ ਵੀ ਇਹ ਵੈਕਸੀਨ ਦਾ ਫਾਰਮੂਲਾ ਬਾਹਰੋਂ ਹੀ ਲੱਭਿਆ ਸੀ ਕਿਸੇ ਨੇ, ਠੀਕ ਹੈ ਜੀ। ਇੰਗਲੈਂਡ ਤੇ ਜਿਹੜਾ ਵੈਕਸੀਨ ਇੰਡੀਆ ਦੇ ਵਿੱਚ ਜ਼ਿਆਦਾਤਰ ਲਗਾਇਆ ਗਿਆ ਐਸਟਰਾਜ਼ੈਨੇਕਾ, ਜਿਹਨੂੰ ਕੋਵੀਸ਼ੀਲਡ ਕਹਿ ਦਿੰਦੇ ਆਪਾਂ ਇੰਡੀਆ ਦੇ ਵਿੱਚ, ਤੇ ਲੱਭਿਆ ਉਹ ਬਾਹਰ, ਖੋਜ ਉਹਨਾਂ ਦੀ ਸੀਗੀ। ਮੈਨੂਫੈਕਚਰਿੰਗ ਇੰਡੀਆ ਦੇ ਵਿੱਚ ਹੋਈ ਹੈ, ਇੱਕ ਪ੍ਰਾਈਵੇਟ ਕੰਪਨੀ ਨੇ ਉਹਦੀ ਮੈਨੂਫੈਕਚਰਿੰਗ ਕੀਤੀ ਹੈ, ਆਧਾਰ ਪੂਨਾਵਾਲਾ ਨੇ। ਔਰ ਆਧਾਰ ਪੂਨਾਵਾਲੇ ਦੇ ਹਾਲਾਤ ਇਹਨਾਂ ਨੇ ਇਹ ਬਣਾਤੇ ਜਦੋਂ ਫਰਵਰੀ ਮਾਰਚ ਅਪ੍ਰੈਲ ਐਸੇ ਸਾਲ ਦੇ ਸ਼ੁਰੂ ਦੇ ਵਿੱਚ ਇੰਡੀਆ ਦੇ ਵਿੱਚ
ਦੂਜੀ ਵੇਵ ਦੇ ਦੌਰਾਨ ਲੋਕਾਂ ਦੀਆਂ ਡੈਥਸ ਆਉਣੀਆਂ ਸ਼ੁਰੂ ਹੋਈਆਂ ਤੇ ਲੋਕਾਂ ਨੇ ਯਾਨੀ ਕਿ ਵੈਕਸੀਨ ਆ ਨਹੀਂ ਸੀ ਰਹੇ, ਕਿਉਂਕਿ ਵੈਕਸੀਨ ਆਪਾਂ ਆਰਡਰ ਨਹੀਂ ਕੀਤਾ ਵੈਕਸੀਨ ਦਾ। ਹਰਸ਼ਵਰਧਨ ਹੁੰਦਾ ਸੀ, ਡਾਕਟਰ ਹਰਸ਼ਵਰਧਨ ਉਦੋਂ ਕੇਂਦਰ ਦਾ ਮੰਤਰੀ, ਹੈਲਥ ਮਿਨਿਸਟਰ, ਠੀਕ ਹੈ ਜੀ। ਉਹਨੂੰ ਇਹਨੇ ਹਟਾਇਆ ਵੀ ਆ ਬਾਅਦ ਦੇ ਵਿੱਚੋਂ। ਇਹਨੂੰ ਪਤਾ ਤਾਂ ਲੱਗੇ ਜੇ ਤੂੰ ਇੰਨਾ ਵਧੀਆ ਮੋਦੀ ਸਰਕਾਰ ਨੇ ਕੋਵਿਡ ਵਾਲਾ ਜਿਹੜਾ ਮਸਲਾ ਇੰਨਾ ਵਧੀਆ ਹੈਂਡਲ ਕੀਤਾ, ਬਿਮਾਰੀ ਜਿਹੜੀ ਹੈਗੀ ਆ, ਤੇ ਫਿਰ ਹਰਸ਼ਵਰਧਨ ਸੀਗਾ ਉਹਨੂੰ ਹਟਾ ਕੇ ਤੇ ਦਿੱਤਾ। ਉਹਨੂੰ ਤਾਂ ਫੀਤੇ ਲਾਉਣੇ ਚਾਹੀਦੇ ਸੀਗੇ, ਤੂੰ ਬਹੁਤ ਵਧੀਆ ਕੰਮ ਕੀਤਾ ਹਰਸ਼ਵਰਧਨ ਨੇ, ਪਰ ਉਹਨਾਂ ਨੇ ਪਿੱਛੇ ਜੇ 2-3 ਮਹੀਨੇ ਪਹਿਲਾਂ ਚੇਂਜ ਕਰਕੇ ਹੈਲਥ ਮਿਨਿਸਟਰ ਕੋਈ ਹੋਰ ਲੈ ਆਂਦਾ, ਠੀਕ ਹੈ ਜੀ। ਉਹ ਜਿਹੜਾ ਆਧਾਰ ਪੂਨਾ ਵਾਲਾ ਸੀਗਾ, ਉਹ ਲੋਕਾਂ ਨੇ ਉਹਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ। ਮੈਂ ਲੈ ਕੇ ਆ ਰਿਹਾ ਖਬਰ, ਇਹ ਆਧਾਰ ਪੂਨਾ ਵਾਲੀ ਕਿੱਥੇ ਹੈਗੀ ਆ, ਉਹ ਕੰਟਰੀ ਛੱਡ ਕੇ ਭੱਜਣਾ ਪੈ ਗਿਆ। ਉਸ ਬੰਦੇ ਨੂੰ ਕੰਟਰੀ ਛੱਡ ਕੇ ਭੱਜਣਾ ਪੈ ਗਿਆ। ਕਿਉਂ? ਕਿਉਂਕਿ ਲੋਕੀ ਇਹ ਸਮਝਦੇ ਸੀਗੇ ਬਈ ਇਹ ਬੰਦਾ ਲਾਲਚ ਦੇ ਵਿੱਚ ਆਪਣੇ ਵੈਕਸੀਨ ਬਾਹਰਲੇ ਕੰਟਰੀਆਂ ਨੂੰ ਵੇਚੀ ਜਾਂਦਾ ਹੈ। ਮੈਂ ਲੈ ਆਵਾਂ ਸਕਰੀਨ ਦੇ ਉੱਤੇ, ਸੌਰੀ ਦੋਸਤੋ, ਛਿੱਕ ਆ ਗਈ ਸੀ। ਡੋਟ ਲਾਓ। ਹੈਡ ਵੁੱਡ ਬੀ ਚੌਪਡ ਆਫ, ਪੂਨਾਵਾਲਾ ਲੀਵਸ ਇੰਡੀਆ ਆਫਟਰ ਥ੍ਰੈਟ। 2 ਮਈ ਦੀ ਖਬਰ ਆ। ਇਹਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਤੇਰਾ ਸਿਰ ਵੱਢ ਦਿਆਂਗੇ ਅਸੀਂ। ਕਿਉਂ? ਵੀ ਤੂੰ ਬਾਹਰਲੇ ਦੂਜੇ ਕੰਟਰੀਆਂ ਨੂੰ ਵੈਕਸੀਨ ਦੇਈ ਜਾਂਦਾ ਤੇ ਇੰਡੀਆ ਨੂੰ ਨਹੀਂ ਦੇ ਰਿਹਾ ਹੈਗਾ। ਇਹ ਕਹਿੰਦਾ ਤੁਸੀਂ ਆਰਡਰ ਹੀ ਨਹੀਂ ਪਲੇਸ ਕੀਤਾ। ਹੁਣ ਇਹ ਕੋਈ ਸਰਕਾਰੀ ਅਦਾਰਾ ਥੋੜੋ SII, ਜਿਹੜਾ ਮੋਦੀ SII, ਹੁਣ ਮੋਦੀ ਜਿਵੇਂ ਜਬਲੀਆਂ ਮਾਰਦਾ ਵੀ ਇੰਡੀਆ ਦਾ ਹੈਗਾ ਇਹ ਵੈਕਸੀਨ, ਮੇਡ ਇਨ ਇੰਡੀਆ ਵੈਕਸੀਨ, ਪਹਿਲਾਂ ਇੰਡੀਆ ਨੂੰ ਬਾਹਰਲੇ ਕੰਟਰੀਆਂ ਤੇ ਡਿਪੈਂਡ ਕਰਨਾ ਪੈਂਦਾ ਸੀ। ਤੁਸੀਂ ਆਰਡਰ ਪਲੇਸ ਹੀ ਨਹੀਂ ਕੀਤਾ। ਲੋਕੀ ਸਮਝਦੇ ਸੀ ਲਾਲਚ ਦੇ ਕਰਕੇ ਇਹ ਬਾਹਰਲੇ ਕੰਟਰੀਆਂ ਨੂੰ ਮਹਿੰਗੇ ਭਾਅ ਵੇਚੀ ਜਾਂਦਾ। ਉਹ ਕਹਿੰਦਾ 1 ਕਰੋੜ 20 ਲੱਖ ਦਾ ਮੈਨੂੰ ਆਰਡਰ ਆਇਆ ਤੇ ਮੈਂ ਉਸ ਤੋਂ ਪਹਿਲਾਂ ਜਿਹੜੇ ਆਰਡਰ ਬੁੱਕ ਹੋਏ ਨੇ ਮੈਂ ਉਹ ਭੁਗਤਾਉਣੇ ਨੇ। ਹਾਰ ਕੇ ਉਹਨੂੰ ਇੰਗਲੈਂਡ ਭੱਜਣਾ ਪੈ ਗਿਆ ਇਸ ਬੰਦੇ ਨੂੰ। ਰਿਐਲਿਟੀ ਆ ਹੈਗੀ ਆ। ਇਹ ਮੋਦੀ ਦੀਆਂ ਗੱਪਾਂ ਜਿੰਨੀਆਂ ਮਰਜ਼ੀ ਸੁਣੀ ਜਾਓ, ਪਰ ਭੁੱਲ ਨਾ ਜਾਇਓ ਮੇਰਾ ਵੀਰ ਵੋਟਾਂ ਵੇਲੇ। इस वैश्विक महामारी से लड़ पाएगा भारत? दूसरे देशों से इतनी वैक्सीन खरीदने का पैसा कहां से लाएगा? भारत को वैक्सीन कब मिलेगी? चलो इनू छड्डिए, अगे चलिए जी। इहदी स्पीच भारत ने अपने नागरिकों को 100 करोड़ वैक्सीन डोज लगाई है, और वो भी मुफ्त, बिना पैसा लिए। साथियों, 100 करोड़ वैक्सीन डोज का एक प्रभाव ये भी होगा। हाँ जी, ये दावा कर रहा भी 100 करोड़ लोगों को वैक्सीन दिता। वैसे तो अपनी हार नूं कबूल कर रहा भी देना सीगा 100 करोड़ की बजाय 190 करोड़ का टीचा सी, ते हले असीं लगभग 55-60% तक पहुंचे हैं। ਤੇ ਬਿਮਾਰੀ ਨੂੰ ਵੈਕਸੀਨ ਆਏ ਨੂੰ ਨਵੰਬਰ ਦੇ ਵਿੱਚ, ਜਨਵਰੀ ਚ ਕਹਿ ਲਓ ਵੀ 9-10 ਮਹੀਨੇ ਹੋ ਜਾਣੇ ਨੇ, ਤੇ ਆਪਣੇ ਕੰਟਰੀ ਚ ਮੈਨੂਫੈਕਚਰਿੰਗ ਹੋ ਰਹੀ ਹੈ ਵੈਕਸੀਨ ਦੀ। ਹੁਣ ਜਿਹੜਾ ਇਹ ਕਹਿੰਦਾ ਵੀ ਵੈਕਸੀਨ ਅਸੀਂ 100 ਕਰੋੜ ਲੋਕਾਂ ਨੂੰ 100 ਕਰੋੜ ਵੈਕਸੀਨ ਮੁਫਤ ਦਿੱਤਾ। ਪਹਿਲੀ ਗੱਲ ਤਾਂ ਇਹ ਆ, ਮੁਫਤ ਮੀਨਸ ਇਹ ਮੋਦੀ ਨੇ ਆਪਣੀ ਜੇਬ ਦੇ ਵਿੱਚੋਂ, ਜਿਹੜੀ ਇਹ ਸਟੇਸ਼ਨ ਤੇ ਚਾਹ ਵੇਚਦਾ ਸੀ ਮੋਦੀ, ਕਿ ਉਹ ਜਿਹੜਾ ਠੇਲਾ ਲਾਉਂਦਾ ਸੀ ਇਹਦਾ ਬਾਪ, ਤੇ ਉਹ ਵੇਚ ਕੇ ਇਹਨੇ ਵੈਕਸੀਨ ਖਰੀਦੇ ਨੇ। ਤੁਹਾਡੇ ਉੱਤੇ ਟੈਕਸ ਲਾਇਆ ਜਾਂਦਾ ਆ, ਉਸ ਟੈਕਸ ਦੇ ਵਿੱਚੋਂ ਜਿਹੜੇ ਗਵਰਨਮੈਂਟ ਦੇ ਖਜ਼ਾਨੇ 'ਚ ਪੈਸੇ ਜਮ੍ਹਾਂ ਹੁੰਦੇ ਨੇ, ਤੇ ਉਹਦੇ ਵਿੱਚੋਂ ਇਹਨੇ ਵੈਕਸੀਨ ਤੁਹਾਨੂੰ ਫ੍ਰੀ ਦਿੱਤਾ ਆ। ਜਿਹੜਾ ਫ੍ਰੀ ਕਹਿ ਰਿਹਾ, ਜਿਹੜਾ ਫ੍ਰੀ ਕਹਿੰਦਾ ਨਾ, ਫਲਾਣਾ ਫ੍ਰੀ, ਧਮਕਾ ਫ੍ਰੀ, ਉਹ ਸਭ ਤੋਂ ਵੱਧ ਜਿਹੜੇ ਬੰਦੇ ਟੈਕਸ ਪੇ ਕਰਦੇ ਨੇ ਉਹਨਾਂ ਦੀ ਸਭ ਤੋਂ ਵੱਧ ਤੁਹੀਨ ਕਰ ਰਹੇ ਆ। ਭਾਵੇਂ ਉਹ ਕੇਜਰੀਵਾਲ ਆ, ਭਾਵੇਂ ਉਹ ਆਪਣੇ ਚੰਨੀ ਆ, ਭਾਵੇਂ ਉਹ ਬਾਦਲ ਆ। ਫ੍ਰੀ ਬਿਜਲੀ ਦੇਤੀ। ਬਿਜਲੀ ਤੁਸੀਂ ਆਪਣੀ ਫ੍ਰੀ ਜੇਬ ਚੋਂ ਦੇਣੀ ਹੈ। ਪਹਿਲੀ ਪੈਟਰੋਲ ਡੀਜ਼ਲ ਦੇ ਉੱਤੇ ਬਾਈ ਜੀ, ਡੀਜ਼ਲ 105-106 ਰੁਪਏ ਵਿਕ ਰਿਹਾ ਆ। ਕੇਂਦਰ ਸਰਕਾਰ ਦਾ ਡੀਜ਼ਲ ਦੇ ਉੱਤੇ ਜਿਹੜਾ ਟੈਕਸ ਆ ਲਗਭਗ 33-34 ਰੁਪਏ ਲੀਟਰ ਹੈ ਜੀ, ਉਹ ਕੇਂਦਰ ਸਰਕਾਰ ਦਾ। ਪੈਟਰੋਲ ਦੇ ਉੱਤੇ 35-36 ਰੁਪਏ ਹੈ, ਡੀਜ਼ਲ ਦੇ ਉੱਤੇ ਟੈਕਸ, ਪੈਟਰੋਲ ਦੇ ਉੱਤੇ ਟੈਕਸ। ਤੇ ਇਹ ਟੈਕਸ ਦੇ ਵਿੱਚੋਂ ਅਗਰ ਤੂੰ ਟੀਕੇ ਲਾ ਵੀ ਦਿੱਤੇ, ਵੈਕਸੀਨ ਦਾ ਖਰਚਾ ਕਿੰਨਾ ਆਇਆ ਇਹਨੇ ਕਦੇ ਫਿਗਰ ਨਹੀਂ ਦੱਸਣੀ। ਵੈਕਸੀਨੇਸ਼ਨ ਵਾਸਤੇ 35,000 ਕਰੋੜ ਦਾ ਬਜਟ ਰੱਖਿਆ ਸੀਗਾ ਦੋਸਤੋ, 35,000 ਕਰੋੜ ਦਾ ਬਜਟ ਵੈਕਸੀਨ ਵਾਸਤੇ। ਹਲੇ 35,000 ਕਰੋੜ ਐਸੇ ਸਾਲ ਦੀ ਮੈਂ ਗੱਲ ਕਰ ਰਿਹਾ ਆ, ਤੇ ਉਹਦੇ ਵਿੱਚੋਂ ਵੀ ਅਗਰ ਇਹ ਕਹਿ ਰਿਹਾ ਵੀ ਹਲੇ 50-55%, 60% ਲੋਕਾਂ ਨੂੰ ਵੈਕਸੀਨ ਲੱਗੇ ਨੇ, ਤਾਂ ਫਿਰ ਤਾਂ ਤੇਰੀ ਇਹ ਬਿਲਕੁਲ ਇੱਕ ਹੋਰ ਸਫਲਤਾ ਆ ਬਹੁਤ ਵੱਡੀ। ਦੂਜੀ ਗੱਲ, ਜਿਹੜਾ ਇਹ ਕਹਿੰਦਾ, ਇਹ ਐਂ ਬਣਾ ਕੇ ਪੇਸ਼ ਕਰ ਰਿਹਾ ਮੋਦੀ ਵੀ ਅਸੀਂ ਫ੍ਰੀ ਵੈਕਸੀਨ ਦਿੱਤੇ, ਜਿਵੇਂ ਜਦੋਂ ਕਿਉਂਕਿ ਇਸ ਤੋਂ ਪਹਿਲਾਂ ਵੀ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਵੈਕਸੀਨੇਸ਼ਨ ਹੁੰਦੀ ਰਹੀ ਹੈ, ਜਿਵੇਂ ਪੋਲੀਓ ਦੀ ਹੋ ਗਈ, ਮੀਜ਼ਲਸ ਦੀ ਹੋ ਗਈ, ਠੀਕ ਹੈ ਜੀ। ਛੋਟੇ ਹੁੰਦੇ ਆਪਣੇ ਵੈਕਸੀਨ ਲੱਗਦੇ ਸੀ, ਲੋਦਾ ਜਿਹਨੂੰ ਕਹਿ ਦਿੰਦੇ ਸੀ, ਅਲੱਗ-ਅਲੱਗ ਬਿਮਾਰੀਆਂ ਤਾਂ ਹਮੇਸ਼ਾ ਹੀ ਫ੍ਰੀ ਹੁੰਦੇ ਸੀ। ਇਹ ਐਂ ਬਣਾ ਕੇ ਪੇਸ਼ ਕਰ ਰਿਹਾ ਵੀ ਮੈਂ ਹੀ ਕਿਤੇ ਇਹ ਫ੍ਰੀ ਕਰ ਰਿਹਾ ਹੈਗਾ ਆ, ਜਿਹੜਾ ਯਾਨੀ ਬਿਲਕੁਲ ਬੇਵਕੂਫ ਬਣਾਇਆ ਜਾ ਰਿਹਾ। ਦੂਜੀ ਗੱਲ, ਜਿਹੜਾ ਡੀਜ਼ਲ ਪੈਟਰੋਲ ਦੇ ਉੱਤੇ ਟੈਕਸ ਲਾ ਕੇ ਮੋਦੀ ਹਰ ਸਾਲ
ਲਗਭਗ 4 ਲੱਖ 4.5 ਲੱਖ ਕਰੋੜ ਦਾ ਟੈਕਸ ਇਕੱਠਾ ਕਰ ਰਿਹਾ ਆ ਹਰ ਸਾਲ, ਔਰ ਅੰਨ੍ਹੇਵਾਹ ਟੈਕਸ ਆ ਡੀਜ਼ਲ ਪੈਟਰੋਲ ਦੇ ਉੱਤੇ। 60% ਦੇ ਕਰੀਬ ਟੈਕਸ ਬਣ ਜਾਂਦਾ ਆ। ਜੇ 100 ਰੁਪਇਆ ਕੀਮਤ ਹੋਵੇ ਪੈਟਰੋਲ ਦੀ ਤਾਂ ਉਹਦੇ ਵਿੱਚ 60 ਰੁਪਏ ਟੈਕਸ ਜਾ ਰਿਹਾ ਹੈ। ਉਹ 60 ਦੇ ਵਿੱਚੋਂ ਕਹਿ ਲਓ 35 ਲੈ ਰਿਹਾ ਆ ਮੋਦੀ ਟੈਕਸ, ਤੇ 25 ਲਗਭਗ ਮੈਂ ਰਫਲੀ ਫਿਗਰ ਤੁਹਾਨੂੰ ਦੱਸ ਰਿਹਾ ਆ, ਤੇ 25 ਰੁਪਏ ਜਾ ਰਹੇ ਆ ਸੂਬਿਆਂ ਨੂੰ। ਤੇ ਇਹ ਆਸਾਨ ਤੁਹਾਡੇ ਤੇ ਕਰ ਰਿਹਾ ਹੈਗਾ ਆ, ਝੂਠ ਬੋਲ ਰਿਹਾ, ਨਿਰਾ ਝੂਠ, ਬੇਵਕੂਫ ਬਣਾ ਰਿਹਾ ਹੈ। ਹੋਰ ਚਲਾਵਾਂ ਤੇ ਕਲਿੱਪ। ਵੈਕਸੀਨ ਹੈਸੀਟੈਂਸੀ ਅੱਗੇ ਆ ਕੇ ਇਹ ਗੱਲ ਕਰਦਾ, ਵੈਕਸੀਨ ਹੈਸੀਟੈਂਸੀ ਦੀ ਗੱਲਬਾਤ ਕਰਦਾ ਵੀ ਉਹਦੀ ਵੀ ਮੈਂ ਤੁਹਾਨੂੰ ਸੱਚਾਈ ਦੱਸਦਾ ਹਾਂ। की तरह ही मिलेगी। साथियों, हमारे देश के लिए ये भी कहा जा रहा था कि यहां ज्यादातर लोग टीका लगवाने के लिए आएंगे ही नहीं। दुनिया के कई बड़े विकसित देशों में आज भी वैक्सीन हेजिटेंसी एक बड़ी चुनौती बन गई, लेकिन भारत के लोगों ने 100 करोड़ वैक्सीन डोज लेकर ऐसे लोगों को निरुत्तर कर दिया। ਅੱਛਾ, ਵੈਕਸੀਨ ਹੈਸੀਟੈਂਸੀ ਹੋ ਗਈ ਵੀ ਲੋਕੀ ਯਾਨੀ ਜੋ ਵੀ ਉਹਨਾਂ ਦਾ ਬਲੀਫ ਹੈ, ਵਿਸ਼ਵਾਸ ਹੈ ਵੀ ਇਹ ਵੈਕਸੀਨ ਦੇ ਨਾਲ ਹੀ ਬਿਮਾਰੀ ਫੈਲ ਰਹੀ ਹੈ। ਬਹੁਤ ਸਾਰੇ ਯਾਨੀ ਪ੍ਰਚਾਰ ਕੀਤਾ ਗਿਆ, ਨਿਊਜ਼ ਚੈਨਲਾਂ ਨੇ ਵੀ ਇਹ ਪ੍ਰਚਾਰ ਕੀਤਾ, ਵੈਕਸੀਨ ਨਾ ਲਵਾਓ, ਇਹਦੇ ਨਾਲ ਬੰਦਾ ਨਮਰਦ ਹੋ ਜਾਊਗਾ, ਇਹਦੇ ਨਾਲ ਇਹ ਬਿਮਾਰੀ ਫੈਲ ਰਹੀ ਹੈਗੀ ਹੈ। ਠੀਕ ਹੈ ਜੀ। ਇਹ ਮੋਦੀ ਮੀਡੀਆ ਨੇ ਆਪਣੇ ਮੀਡੀਆ ਦੇ ਉੱਤੇ ਲਗਾਮ ਕਿਉਂ ਨਹੀਂ ਲਾਈ? ਮੈਂ ਤੁਹਾਨੂੰ ਦੱਸਦਾ ਕਿਉਂ ਨਹੀਂ ਲਾਈ। ਗੋਦੀ ਮੀਡੀਆ ਨੇ ਬਹੁਤ ਪ੍ਰਚਾਰ ਕੀਤਾ ਇਹਦਾ ਸ਼ੁਰੂ ਦੇ ਵਿੱਚ, ਜਦੋਂ ਲੋਕਾਂ ਦੀ ਡੈਥ ਹੋ ਰਹੀ ਸੀ ਨਾ, ਵੀ ਇਹਦੇ ਕਰਕੇ ਹੀ ਮਰ ਰਹੇ ਨੇ। ਇੱਕ ਇਹਦਾ ਮੋਦੀ ਦਾ ਭਗਤ ਆ ਨਕੋਦਰ ਤੋਂ, ਆਪਣੇ ਨਾਲ ਪਿਛਲੇ 2 ਹਫ਼ਤੇ ਪਹਿਲਾਂ ਉਹ ਜੁੜਿਆ ਵੀ ਸੀਗਾ, ਅਮਿਤ ਲਾਲੀ ਆ, ਅਮਿਤ ਕੁਮਾਰ ਲਾਲੀ। ਉਹਦਾ ਮੈਨੂੰ ਮੈਸੇਜ ਆਇਆ ਹੋਇਆ ਆ, ਮੈਂ ਸਾਂਭਿਆ ਪਿਆ ਕਿਤੇ WhatsApp ਦੇ ਉੱਤੇ, ਵੀ ਇਹ ਵੈਕਸੀਨ ਨਾ ਲਵਾਓ। ਇਹੋ ਜਿਹੀ ਕੋਈ ਵੀਡੀਓ ਸੀਗੀ ਵੀ ਇਹਦੇ ਨਾਲ ਹੀ ਬੰਦਾ ਨਮਰਦ ਹੋ ਜਾਂਦਾ ਆ, ਇਹ ਪੈਸੇ ਬਣਾ ਰਹੀਆਂ ਨੇ, ਇਹ ਬਹੁਤ ਵੱਡੀ ਕਨਸਪੀਰੇਸੀ ਹੈਗੀ ਆ, ਸਾਜ਼ਿਸ਼ ਆ ਪੈਸੇ ਬਣਾਉਣ ਦੀ, ਫਾਰਮਾਸਿਊਟੀਕਲ ਕੰਪਨੀਆਂ ਦੀ, ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੀ। ਇਹ ਇਹਨਾਂ ਨੇ ਰੱਜ ਕੇ ਪ੍ਰਚਾਰ ਕੀਤਾ ਇੰਡੀਆ ਲੈਵਲ ਦੇ ਉੱਤੇ, ਸਰਕਾਰ ਵੱਲੋਂ, ਸਰਕਾਰ ਦੇ ਬੰਦਿਆਂ ਵੱਲੋਂ, ਜਿਹੜਾ ਮੋਦੀ ਦੀ IT ਟੀਮ ਹੈ ਨਾ ਇਹਦੀ, BJP ਦੀ, ਉਹਨੇ ਕਿਉਂ? ਕਿਉਂਕਿ ਵੈਕਸੀਨ ਸੀਗੀ ਹੀ ਨਹੀਂ। ਇਸ ਕਰਕੇ ਲੋਕਾਂ ਨੂੰ ਇਹਨਾਂ ਨੇ ਦਿਮਾਗ ਦੇ ਵਿੱਚ ਗੱਲ ਇਹ ਵਾੜਤੀ ਵੀ ਇਹ ਨਾ ਲਵਾਓ ਤੁਸੀਂ। ਉਹਦੇ ਨਾਲ ਕੀ ਹੁੰਦਾ ਸੀ, ਜਿਹੜਾ ਜਿਵੇਂ ਹੁਣ ਤੁਸੀਂ ਇਹ ਦੇਖ ਲਓ, ਉਹ ਜਿਹੜਾ ਬੰਦਾ ਭੱਜ ਗਿਆ ਆਪਣੇ ਵੈਕਸੀਨ ਬਣਾਉਣ ਵਾਲਾ, ਆਧਾਰ ਪੂਨੇ ਵਾਲਾ, ਵੀ ਕਿਉਂਕਿ ਵੈਕਸੀਨ ਹੈ ਹੀ ਨਹੀਂਗੇ, ਤਾਂ ਸੋ ਇਹਨਾਂ ਨੇ ਲੋਕਾਂ ਨੂੰ ਡਿਸਕਰੇਜ ਜਾਣਬੁੱਝ ਕੇ ਕੀਤਾ ਆ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ। ਗੋਦੀ ਮੀਡੀਆ ਨੇ ਬਹੁਤ ਪ੍ਰਚਾਰ ਕੀਤਾ ਵੈਕਸੀਨ ਦਾ, ਔਰ ਉਹਦੀ ਕਲਾਸਿਕ ਐਗਜ਼ਾਮਪਲ ਇਹ ਹੈਗੀ ਆ, ਜਿਹੜਾ ਬਾਬਾ ਰਾਮਦੇਵ ਹੈ ਇਹਨਾਂ ਦਾ ਖਾਸ ਬੰਦਾ ਮੋਦੀ ਦਾ, ਉਹਨੇ ਟੀਚਰ ਕੀਤੀ ਸੀ ਸ਼ਰੇਆਮ ਰਾਮਦੇਵ ਨੇ, ਬਈ ਇਹ ਜਿਹੜਾ ਹੈਗਾ ਵੈਕਸੀਨ ਇਹਦੇ ਨਾਲ ਇਹ ਕੁਝ ਨਹੀਂ ਹੈਗੀ। एलोपैथी एक ऐसी स्टूपिड और दिवालिया साइंस है। एलोपैथी एक ਇਹ ਹੈਗੀ ਆ ਆਪਣੇ ਮਈ 22 ਦੀ ਗੱਲ ਆ, ਉਦੋਂ ਐਨ ਜੋਬਨ ਤੇ ਸੀਗਾ ਇੰਡੀਆ ਦੇ ਵਿੱਚ ਜਿਹੜੀਆਂ ਡੈਥਸ ਹੋ ਰਹੀਆਂ ਸੀਗੀਆਂ ਕਰੋਨਾ ਕਰਕੇ, ਤੇ ਉਸ ਸਮੇਂ ਦੇ ਦੌਰਾਨ ਇਸ ਬਾਬੇ ਦੀ ਆ ਵੀਡੀਓ ਆਉਂਦੀ ਆ ਐਲੋਪੈਥੀ ਬਾਰੇ। ऐसी स्टूपिड और दिवालिया साइंस है कि पहले क्लोरोक्विन फेल हुई, फिर रेमडेसिविर फेल हो गई, फिर एंटीबायोटिक्स इनके फेल हो गए, फिर स्टेरॉइड इनके फेल हो गए, प्लाज्मा थेरापी के ऊपर भी कल बैन लग गया, और इवरमाक्टिन भी फेल हो गया, और जो है अभी एक ਇਹ ਬੈਠਾ ਲਾ ਕੇ ਸ਼ਿਵਰ ਜਿਹਾ ਆਪਣਾ, ਉਹ ਜਿਹੜਾ ਕਰਦੇ ਆ ਨਾ ਯੋਗਾ ਕਰਦੇ ਆ, ਉਹ ਬੰਦੇ ਬਿਠਾਏ ਹੋਏ ਨੇ ਤੇ ਕੁਰਸੀ ਤੇ ਬੈਠਾ, ਇਹ ਮੋਬਾਈਲ ਫੋਨ ਦੇ ਵਿੱਚ ਕਿਸੇ ਦਾ ਮੈਸੇਜ ਪੜ੍ਹ ਰਿਹਾ ਆ, ਤੇ ਉਹ ਮੈਸੇਜ ਹੈਗਾ ਵੀ ਜਿਹੜੀ ਐਲੋਪੈਥੀ ਜਿਹੜੀ ਹੈਗੀ ਆ ਸਿਸਟਮ, ਮੈਡੀਕਲ ਸਿਸਟਮ, ਮੈਡੀਸਨ ਸਿਸਟਮ, ਉਹਨੂੰ ਟਾਰਗੇਟ ਕਰ ਰਿਹਾ ਹੈ। बुखार के लिए क्या दे रहे हैं वो? ਫੈਵੀक्विक, फेविफ्लू, फेविफ्लू। वो भी फेल है। जितनी भी दवाएं दे रहे हैं, फिर लोग कह रहे हैं, तमाशा हो क्या रहा है? बुखार की दवाई उनकी कोई कोरोना के ऊपर काम नहीं कर रही, क्योंकि आप बॉडी का टेम्परेचर उतार देते हैं। टेम्परेचर जिस कारण से आ रहा है, उस वायरस को, उस इन्फ्लेमेशन को, उस बैक्टीरिया को, उस जो है अलग उस फंगस को, जो भी अलग अलग प्रकार के इन्फेक्शन से जिस कारण से बुखार हो रहा हो, उसका निवारण तुम्हारे पास में है नहीं, तो कैसे ठीक करोगे? इसलिए मैं बहुत बड़ी बात कह रहा हूं, हो सकता है इसके ऊपर कुछ लोग विवाद करें,
लाखों लोगों की मौत एलोपैथी की दवा खाने से हुई है। जितनी ਇਹਨੂੰ ਕਹਿੰਦੇ ਨੇ ਤੁਹਾਡੀ ਵੈਕਸੀਨ ਹੈਸੀਟੈਂਸੀ, ਵੀ ਜਿਹੜੇ ਇਹਦੇ ਇਲਾਜ ਵਾਸਤੇ ਜੋ ਵੀ ਟ੍ਰੀਟਮੈਂਟ ਦਿੱਤੀ ਗਈ ਹੈ ਵੀ ਉਹਦੇ ਕਰਕੇ ਲੋਕ ਮਰੇ ਨੇ, ਇਹਨੂੰ ਤਾਂ ਅੰਦਰ ਸਿੱਟਿਆ ਨਾ ਮੋਦੀ ਨੇ। लोगों की मौत हॉस्पिटल न जाने के कारण से हुई है, ऑक्सीजन न मिलने के कारण से हुई है। उससे ज्यादा लोगों की मौत ऑक्सीजन के बावजूद हुई है, दवा एलोपैथी की दवा मिलने के बावजूद हुई है, स्टीराइड की वजह से हुई। ਇਹ ਜਾਨੀ ਕਿ ਸ਼ਰੇਆਮ ਕਹਿ ਰਿਹਾ ਵੀ ਇਹ ਜਿਹੜਾ ਟ੍ਰੀਟਮੈਂਟ ਦਿੱਤੀ ਗਈ ਸੀਗੀ ਮਰੀਜ਼ਾਂ ਨੂੰ ਉਹਦੇ ਕਰਕੇ ਲੋਕ ਮਰੇ ਨੇ। ਇਹ ਤਾਂ ਅੰਦਰ ਸਿੱਟਿਆ ਨਾ ਮੋਦੀ ਨੇ, ਜਿਹੜਾ ਇਹ ਕਹਿੰਦਾ ਆ ਬਈ ਵੈਕਸੀਨ ਹੈਸੀਟੈਂਸੀ ਆਪ ਪ੍ਰਮੋਟ ਕੀਤੀ ਹੈ ਦੋਸਤੋ, ਕਿਉਂਕਿ ਵੈਕਸੀਨ ਉਦੋਂ ਸੀਗੀ ਹੀ ਨਹੀਂ, ਮੋਦੀ ਸਰਕਾਰ ਕੋਲ ਵੈਕਸੀਨ ਸੀਗੀ ਹੀ ਨਹੀਂ। ਇੱਕ ਤੁਹਾਨੂੰ ਮੈਂ ਹੋਰ ਲੈ ਕੇ ਆਉਣਾ ਆ ਆਪਣੇ ਵੈਕਸੀਨ ਹੈਸੀਟੈਂਸੀ, ਜਿਹੜਾ ਇਹਦਾ ਸੀਗਾ ਆਪਣੇ COVID-19 ਪੁਣੇ ਵਾਲਾ ਮੋਦੀ, ਆਈ ਐਮ ਸ਼ੌਕਡ, ਜਿਹੜੀ ਇਹਨੇ ਕੋਰੋਨਲ ਦਵਾਈ ਲਾਂਚ ਕੀਤੀ ਸੀ ਇਹਨੇ ਜਿਹੜਾ ਇਹ ਬਾਬਾ ਆ, ਟ੍ਰਿਬਿਊਨ ਦੀ ਖਬਰ ਆ, ਕੋਰੋਨਲ ਨਾਂ ਦੀ ਇਹਨੇ ਦਵਾਈ ਬਣਾ ਲਈ, ਕੋਈ ਦੇਸੀ ਦਵਾਈ ਉੱਥੇ ਆਪਣਾ ਜਿਹੜਾ ਕੋਈ ਜਿਹੜੀ ਵੀ ਇਹਦੀ ਫੈਕਟਰੀ ਆ ਦਵਾਈਆਂ ਦੀ, ਉੱਥੇ ਫੈਕਟਰੀ ਹੋ ਕਹੂੰਗਾ ਮੈਂ ਇਹਨੂੰ, ਠੀਕ ਹੈ ਜੀ। ਉਹ ਦਵਾਈ ਦਾ ਲਾਂਚ ਹੁੰਦਾ ਆ। IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਸ਼ੌਕਡ ਓਵਰ ਪਤੰਜਲੀਜ਼ ਕਲੇਮ ਔਨ ਕੋਰੋਨਲ ਦਵਾਈ ਬਣਾ ਕੇ ਵੱਡੇ ਵੱਡੇ ਦਾਅਵੇ ਕਰਤੇ। ਤੇ ਅੱਛਾ, ਜਦੋਂ ਦਵਾਈ ਇਹਦੀ ਲਾਂਚ ਕਰਦਾ ਆ, ਇਹ ਖਬਰ ਹੈਗੀ ਆ 22 ਫਰਵਰੀ ਦੀ ਐਸੇ ਸਾਲ ਸ਼ੁਰੂ ਦੀ, ਯਾਨੀ ਕਿ ਜਦੋਂ ਇੰਡੀਆ ਦੇ ਵਿੱਚ ਇਹ ਪੂਰਾ ਉਸ ਵੇਲੇ ਫੈਲ ਗਿਆ ਸੀਗਾ, ਉਸ ਵੇਲੇ ਯਾਨੀ ਸ਼ੁਰੂ ਵਾਲੀ ਸਟੇਜ ਸੀਗੀ। ਤੇ ਯਾਨੀ 4-5 ਮਹੀਨੇ ਲਗਾਤਾਰ ਜੂਨ ਜੁਲਾਈ ਤੱਕ ਇਹ ਤੁਹਾਨੂੰ ਯਾਦ ਹੋਵੇ ਚੋਣਾਂ ਦੇ ਦੌਰਾਨ, ਮੋਦੀ ਬੰਗਾਲ ਚੋਣਾਂ ਦੇ ਦੌਰਾਨ ਉਦੋਂ ਪੀਕ ਤੇ ਸੀਗਾ ਜੀ ਇਹ ਜਿਹੜਾ ਡੈਥਸ ਹੋ ਰਹੀਆਂ ਸੀਗੀਆਂ। ਤੇ ਇਹ ਬੰਦਾ ਕੋਰੋਨਲ ਲਾਂਚ ਕਰਦਾ ਤੇ ਇੱਕ ਪਾਸੇ ਆ ਹਰਸ਼ਵਰਧਨ ਹੈ ਮੈਡੀਕਲ, ਜਿਹੜਾ ਡਾਕਟਰ ਵੀ ਹੈ ਮੈਡੀਕਲ, ਦਿੱਲੀ ਦਾ ਆਇਆ ਹੈ, ਠੀਕ ਹੈ, ਕੇਂਦਰੀ ਸਰਕਾਰ ਦਾ ਇਹ ਹੈਲਥ ਮਿਨਿਸਟਰ ਵੀ ਹੈ, ਨਾਲ ਗਡਕਰੀ ਖੜਾ, ਦੋ ਬੰਦੇ ਸਰਕਾਰੀ ਆਪਣੇ ਸਰਕਾਰ ਦੇ ਮੰਤਰੀ ਦੋਵੇਂ ਹੀ, ਤੇ ਇੱਕ ਘਟੀਆ ਜਿਹੜੀ ਉਹ ਪਾਊਡਰ ਵਾਲੀ ਦਵਾਈ ਪਤਾ ਨਹੀਂ ਕਿਹੜੀਆਂ ਜੜੀ ਬੂਟੀਆਂ ਪਾਈਆਂ ਨੇ ਤੇ ਕਲੇਮ ਕਰਨਾ ਵੀ ਇਹ ਕੋਵਿਡ ਇਹਦੇ ਨਾਲ ਠੀਕ ਹੋ ਜਾਊਗਾ ਜਾਂ ਤੁਸੀਂ ਬਿਮਾਰ ਨਹੀਂ ਹੋਵੋਗੇ, ਤੇ ਰੱਜ ਕੇ ਇਹਨੇ ਬੇਵਕੂਫ ਬਣਾਇਆ ਤੇ ਕਿਸੇ ਨੂੰ ਮੋਦੀ ਨੇ ਨਹੀਂ ਕਾਬੂ ਕੀਤਾ ਜੀ, ਠੀਕ ਹੈ ਜੀ। ਉਹਨੇ ਕਲੇਮ ਵੀ ਕਰਤਾ ਵੀ WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਬਈ ਇਹ ਸਰਟੀਫਿਕੇਸ਼ਨ ਦੇਤੀ ਇਹਨੂੰ ਕੋਰੋਨਲ ਨੂੰ, ਤੇ WHO ਸਾਊਥ ਈਸਟ ਏਸ਼ੀਆ ਦੀ ਜਿਹੜੀ ਬ੍ਰਾਂਚ ਆ ਉਹਨੇ ਕਲੈਰੀਫਾਈ ਕੀਤਾ ਟਵਿੱਟਰ ਕਰਕੇ, 19 ਫਰਵਰੀ ਦੀ ਗੱਲ ਹੈ, WHO has not reviewed or certified the effectiveness of any traditional medicine for the treatment of COVID-19। ਆ ਤੁਸੀਂ ਪੜ੍ਹ ਸਕਦੇ ਹੋ ਜਿਹੜਾ ਆਪਣੇ ਥੱਲੇ ਟਵੀਟ ਕੀਤਾ ਉਹਨਾਂ ਨੇ, ਯਾਨੀ ਨਿਰਾ ਝੂਠ। ਹੁਣ ਸਾਰਾ ਕੁਝ ਠੀਕ ਹੋ ਗਿਆ, ਕੁਦਰਤੀ ਹੋ ਗਿਆ, ਟਾਈਮ ਪਾ ਕੇ ਹੋ ਗਿਆ, ਤੇ ਹੁਣ ਮੋਦੀ ਬਾਹਰ ਨਿਕਲਿਆ ਹੈ। ਇੱਕ ਮੈਂ ਇਹਦੀ ਹੋਰ ਚਲਾਉਣੀ ਚਾਹੁੰਦਾ ਆ ਇਹਦੀ, ਫਿਰ ਇਹ ਤੋਂ ਬਾਅਦ ਆਪਾਂ ਮੈਂ ਇਹੀ ਸਾਬਤ ਕਰਨਾ ਸੀਗਾ ਵੀ ਇਹ ਨਿਰਾ ਝੂਠ ਬੋਲਿਆ ਜਾ ਰਿਹਾ ਹੈ ਮੋਦੀ ਵੱਲੋਂ, ਬੀ ਕੇਅਰਫੁਲ। ਇੱਕ ਇਹ ਬੰਗਾਲ ਦੇ ਵਿੱਚ ਚੋਣਾਂ ਸੀਗੀਆਂ ਮਾਰਚ ਐਸੇ ਸਾਲ 27-28 ਮਾਰਚ ਨੂੰ ਸ਼ੁਰੂ ਹੋ ਕੇ 8 ਫੇਜ਼ ਦੇ ਵਿੱਚ ਇਹਨੇ ਚੋਣਾਂ ਕਰਾਈਆਂ, ਠੀਕ ਹੈ ਜੀ। ਔਰ ਉਹ ਚ ਰੱਜ ਕੇ ਮੋਦੀ ਨੇ ਰੈਲੀਆਂ ਕੀਤੀਆਂ, ਤੁਹਾਡੇ ਸਾਹਮਣੇ ਆ। ਤੇ ਕੋਵਿਨ ਜਿਹੜਾ ਕੋਵਿਡ ਦੇ ਨਾਲ ਡੈਥ ਸੀਗੀਆਂ ਉਸ ਵੇਲੇ ਪੀਕ ਤੇ ਸੀਗੀਆਂ, ਤੇ ਇਹ ਇੱਕ ਰੈਲੀ ਦੇ ਵਿੱਚ ਬਹੁਤ ਸਾਰੇ ਪਾਸੇ ਇਹ ਯਾਨੀ ਵਾਇਰਲ ਹੋਈ ਮੋਦੀ ਦੀ ਇਹ ਵਾਲੀ ਵੀਡੀਓ, ਆ ਮੈਂ ਚਲਾਉਣਾ ਬੈਕਗ੍ਰਾਉਂਡ ਦੇ ਵਿੱਚ। ਤੇ ਉਸ ਰੈਲੀ ਦੇ ਦੌਰਾਨ ਮੋਦੀ ਨੇ, ਅਮਿਤ ਸ਼ਾਹ ਨੇ 8 ਰੱਜ ਕੇ ਰੈਲੀਆਂ ਕੀਤੀਆਂ ਖੁੱਲੀਆਂ, ਠੀਕ ਹੈ ਜੀ। ਉਹਦੇ ਚ ਮੋਦੀ ਨੇ ਤਾਂ ਫਿਰ ਮਾਸਕ ਪਾਇਆ ਹੁੰਦਾ ਸੀਗਾ, ਤੇ ਉਹ ਜਿਹੜਾ ਦੂਜਾ ਸੀਗਾ ਇਹਦਾ ਗ੍ਰਹਿ ਮੰਤਰੀ ਅਮਿਤ ਸ਼ਾਹ, ਉਹਨੇ ਮਾਸਕ ਨਹੀਂ ਸੀ ਪਾਇਆ ਹੁੰਦਾ। ਉਹ NDTV ਵਾਲਿਆਂ ਨੇ ਜਦੋਂ ਕਾਫੀ ਖਿਚਾਈ ਕੀਤੀ ਉਹਦੀ, NDTV ਵਾਲੇ ਨੇ, ਜਾਂ ਉਹ ਜਿਹੜਾ ਸੰਦੀਪ ਚੌਧਰੀ ਨਿਊਜ਼ 24 ਵਾਲਾ, ਉਹ ਤੋਂ ਬਾਅਦ ਸ਼ਰਮੋ ਸ਼ਰਮੀ ਉਹਨੂੰ ਮਾਸਕ ਪਾਉਣਾ ਪੈ ਗਿਆ। ਤੇ ਆ ਇਹਦੀ ਰੈਲੀ ਹੈਗੀ ਆ 17 ਅਪ੍ਰੈਲ ਦੀ ਖਬਰ ਹੈ ਇਹ, ਯਾਨੀ ਇੱਕ ਅੱਧਾ ਦਿਨ ਪਹਿਲਾਂ ਕਿਤੇ ਰੈਲੀ ਹੋਈ ਹੋਊਗੀ ਬੰਗਾਲ ਦੇ ਵਿੱਚ ਆਸਨਸੋਲ। ਉਹਦੇ ਚ ਦੇਖੋ ਕੀ ਕਹਿ ਰਿਹਾ ਹੈ ਮੋਦੀ। deaths in 24 hours. मैं आज आपको एक शिकायत करना चाहता हूं, करूं? आपके खिलाफ है शिकायत, करूं? बुरा तो नहीं मानोगे ना, लेकिन मेरी शिकायत जरा देखिए। देखिए, मैं यहां 2 बार आया हूं लोकसभा के चुनाव में। जब मैं प्रधानमंत्री बनना था और मैं आपसे वोट मांगने आया था, बाबुल जी के लिए वोट मांगने आया था, लेकिन पहले जब आया तब तो मेरे लिए वोट मांगता था, फिर भी 1/4 लोग भी नहीं थे सभा में।
ਯਾਨੀ ਕਿ ਜਦੋਂ ਮੈਂ ਲੋਕ ਸਭਾ ਦੀਆਂ ਚੋਣਾਂ ਵੇਲੇ ਆਇਆ ਸੀਗਾ ਵੋਟ ਮੰਗਣ 2019 ਚ, ਉਦੋਂ ਜਿੰਨੇ ਅੱਜ ਲੋਕ ਬੈਠੇ ਨੇ ਰੈਲੀ 'ਚ, ਠੀਕ ਹੈ ਜੀ, ਬੰਗਾਲ ਦੀ ਵਿਧਾਨ ਸਭਾ ਚੋਣਾਂ ਦੀ ਕੋਈ ਰੈਲੀ ਹੈ ਆਸਨਸੋਲ ਦੇ ਵਿੱਚ ਕਰ ਰਿਹਾ ਹੈ 17 ਅਪ੍ਰੈਲ 2021 ਐਸੇ ਸਾਲ, ਵੀ ਉਹਦੇ ਨਾਲੋਂ 4 ਗੁਣਾ ਵੱਧ ਲੋਕ ਅੱਜ ਰੈਲੀ 'ਚ ਆਏ ਨੇ। आज चारों तरफ मैंने ऐसी सभा पहली बार देखी है, शाबाश। पहली बार देखी है। अब बताइए मेरी शिकायत मीठी है कि कड़वी है? ਹੱਸ ਰਿਹਾ ਦੇਖੋ, ਕਿਆ ਬੇਵਕੂਫ ਯਾਰ ਬੰਦਾ। ਵੀ ਉੱਥੇ ਰੈਸਟ੍ਰਿਕਸ਼ਨਸ ਦੁਨੀਆ ਭਰ ਨੇ ਲਾਤੀਆਂ ਵੀ ਹਾਲ ਆਪਣੇ ਜਿਵੇਂ ਤੁਹਾਡੇ ਪਲਾਜ਼ੇ ਹੈਗੇ ਨੇ ਜਾਂ ਸਟੋਰ ਨੇ, ਗਰੋਸਰੀ ਸਟੋਰ ਵੀ 50 ਤੋਂ ਵੱਧ ਅਗਰ ਉੱਥੇ 200 ਬੰਦਾ ਐਂਟਰ ਕਰ ਸਕਦਾ ਤੇ 50 ਬੰਦਿਆਂ ਦੀ ਰੈਸਟ੍ਰਿਕਸ਼ਨ ਲਾਤੀ ਸੀ ਉਹਨਾਂ ਨੇ। ਸਿਕਿਉਰਿਟੀ ਗਾਰਡ ਖੜਾਤੇ ਸੀਗੇ। ਅਗਰ 2 ਐਂਟਰੈਂਸ ਗੇਟ ਹੈਗੇ ਨੇ ਆਪਣੇ ਵਾਲਮਾਰਟ ਦੀ ਮੈਂ ਐਗਜ਼ਾਮਪਲ ਦੇਵਾਂ ਕਿਉਂਕਿ ਮੈਂ ਦੇਖਿਆ ਇਹਨੂੰ, ਤਾਂ ਦੋਨਾਂ 'ਚ ਉਹਨਾਂ ਨੇ ਇੱਕ ਬੰਦ ਕਰਤਾ ਤੇ ਇੱਕੋ ਹੀ ਐਂਟਰੈਂਸ ਰੱਖੀ। ਸਿਕਿਉਰਿਟੀ ਗਾਰਡ ਖਿਲਾਰਦੇ ਉਹਨਾਂ ਨੇ, ਬੰਦੇ ਗਿਣ ਕੇ ਅੰਦਰ ਭੇਜਦੇ ਸੀ, 50 ਬੰਦੇ ਅੰਦਰ ਚਲੇ ਗਏ ਤੇ ਅਗਰ ਹੋਰ ਬਾਕੀ ਆ ਗਏ ਤਾਂ ਉਹਨਾਂ ਨੂੰ ਬਾਹਰ ਲਾਈਨ ਲਾ ਕੇ ਰੋਕ ਲੈਂਦੇ ਸੀ। ਔਰ ਉਹ ਲਾਈਨ ਦੇ ਵਿੱਚ ਵੀ ਉਹ 6-6 ਫੁੱਟ ਦੂਰ ਰਹਿੰਦੇ ਸੀ, ਮਾਸਕ ਉਹਨਾਂ ਦੇ ਮੂੰਹ ਤੇ ਪਾਇਆ ਹੁੰਦਾ ਸੀ ਤੇ ਸੈਨੀਟਾਈਜ਼ਰ ਐਂਟਰੈਂਸ